नेक्स्ट है राइट टू एडजेक्टिव टू डिस्क्राइब ईच ऑफ द फॉलोइंग नाउन्स। सानू नाउन्स दिते गए हैं। नाउन्स की हुंदा है भी किसे व्यक्ति, किसे ਥਾਂ ਜਾਂ ਕਿਸੇ ਐਨੀਮਲ ਜਾਂ ਫਿਰ ਕਿਸੇ ਚੀਜ਼ ਦੇ ਨਾਂ ਨੂੰ ਅਸੀਂ ਜੋ ਹੈ ਨਾउन ਕਹਿੰਦੇ ਹਾਂ। ਠੀਕ ਹੈ ਵੀ ਕਿਸੇ ਬੰਦੇ, ਕਿਸੇ ਚੀਜ਼, ਕਿਸੇ ਜਾਨਵਰ ਜਾਂ ਕਿਸੇ ਥਾਂ ਦੇ ਨਾਂ ਨੂੰ ਅਗਰ ਜੋ ਹੈ ਅਸੀਂ ਵਰਡ ਦੇ ਨਾਲ ਰਿਪਰੈਜ਼ੈਂਟ ਕਰਨਾ ਹੁੰਦਾ ਹੈ ਤਾਂ ਉਸ ਵਰਡ ਨੂੰ ਅਸੀਂ ਜੋ ਹੈ, ਸ਼ਬਦ ਨੂੰ ਅਸੀਂ ਜੋ ਹੈ, ਵਰਡ ਨੂੰ ਅਸੀਂ ਜੋ ਹੈ ਨਾउन ਕਹਿੰਦੇ ਹਾਂ। ਅਤੇ ਸਾਨੂੰ ਇੱਥੇ ਨਾउन्स ਦਾ ਜੋ ਹੈ ਇਹਨਾਂ ਨੇ ਸਾਨੂੰ ਕਿਹਾ ਹੈ ਰਾਈਟ ਟੂ ਐਡਜੈਕਟਿਵ ਵੀ ਨਾउन्स ਤੁਹਾਨੂੰ ਗਿਵਨ ਹੈ। ਆਈਸਕ੍ਰੀਮ ਹੋ ਗਿਆ, ਡਰੈਸ ਹੋ ਗਿਆ, ਇਹ ਬੁੱਕ ਹੋ ਗਿਆ, ਸਟੋਨ ਹੋ ਗਿਆ, ਹੇਅਰ, ਬਿਲਡਿੰਗ, ਇਹ ਸਾਰੇ ਨਾउन्स ਨੇ। ਸਾਨੂੰ ਇਹਨਾਂ ਨਾउन्स ਦੇ ਦੋ ਐਡਜੈਕਟਿਵ। ਐਡਜੈਕਟਿਵ ਕੀ ਹੁੰਦਾ ਹੈ ਮੈਂ ਪਹਿਲਾਂ ਵੀ ਦੱਸਿਆ ਹੈ। ਐਡਜੈਕਟਿਵ ਜੋ ਹੈ ਉਹ ਨਾउन ਜਾਂ ਪ੍ਰਨਾउन ਦੀ ਵਿਸ਼ੇਸ਼ਤਾ ਦੱਸਦੇ ਨੇ। ਇਹਨਾਂ ਨੂੰ ਅਸੀਂ ਜੋ ਹੈ ਵਿਸ਼ੇਸ਼ਣ ਕਹਿੰਦੇ ਹਾਂ। ਅਤੇ ਵਿਸ਼ੇਸ਼ਤਾ ਤੋਂ ਭਾਵ ਕੀ ਹੈ ਵੀ ਕਿਸੇ ਦੇ ਅੰਦਰ ਅਗਰ ਕੋਈ ਖਾਸੀਅਤ ਹੈ, ਕੋਈ ਗੁਣ ਹੈ ਤਾਂ ਉਸ ਨੂੰ ਦੱਸਣ ਵਾਲੇ ਨੂੰ ਅਸੀਂ ਜੋ ਹੈ ਐਡਜੈਕਟਿਵ ਕਹਿੰਦੇ ਹਾਂ। ਠੀਕ ਹੈ, ਐਡਜੈਕਟਿਵ ਜੋ ਹੈ ਉਹ ਨਾउन ਦੀ ਇੱਕ ਤਰ੍ਹਾਂ ਦਾ ਖਾਸੀਅਤ ਦੱਸਦਾ ਹੈ। ਠੀਕ ਹੈ, ਨਾउन ਦੀ ਖਾਸੀਅਤ ਯਾਨੀ ਕਿ ਉਸ ਦੇ ਅੰਦਰ ਖਾਸ ਕੀ ਹੈ, ਉਹਦੀ ਵਿਸ਼ੇਸ਼ਤਾ ਕੀ ਹੈ ਨਾउन ਦੀ। ਠੀਕ ਹੈ, ਇੱਦਾਂ ਦੇ ਵਰਡਸ ਨੂੰ ਰਿਪਰੈਜ਼ੈਂਟ ਕਰਨ ਵਾਲੇ ਨੂੰ ਅਸੀਂ ਜੋ ਹੈ ਐਡਜੈਕਟਿਵ ਕਹਿੰਦੇ ਹਾਂ। ਠੀਕ ਹੈ, ਗੁਣ ਦੱਸਣ ਵਾਲੇ ਨੂੰ, ਵਿਸ਼ੇਸ਼ਤਾ ਦੱਸਣ ਵਾਲਿਆਂ ਨੂੰ ਅਸੀਂ ਜੋ ਹੈ ਐਡਜੈਕਟਿਵ ਕਹਿੰਦੇ ਹੁੰਦੇ ਹਾਂ। ਹਾਂਜੀ, ਹੁਣ ਜਿਵੇਂ ਪਹਿਲਾ ਹੋ ਗਿਆ ਆਈਸਕ੍ਰੀਮ। ਆਈਸਕ੍ਰੀਮ ਦੇ ਦੋ ਐਡਜੈਕਟਿਵ ਜੋ ਹੈ ਇਹਨਾਂ ਨੇ ਸਾਨੂੰ ਪਹਿਲਾਂ ਹੀ ਲਿਖ ਕੇ ਦਿੱਤੇ ਹੋਏ ਹੈ ਵੀ ਆਈਸਕ੍ਰੀਮ ਦੀ ਖਾਸੀਅਤ ਕੀ ਹੁੰਦੀ ਹੈ, ਵੀ ਆਈਸਕ੍ਰੀਮ ਦੇ ਅੰਦਰ ਕੀ ਇੱਦਾਂ ਦੀ ਜੋ ਹੈ ਵਿਸ਼ੇਸ਼ਤਾ ਹੁੰਦੀ ਹੈ, ਆਈਸਕ੍ਰੀਮ ਦਾ ਕੀ ਗੁਣ ਹੁੰਦਾ ਹੈ, ਵੀ ਸਾਨੂੰ ਸਾਰਿਆਂ ਨੂੰ ਜੋ ਹੈ ਆਈਸਕ੍ਰੀਮ ਵਧੀਆ ਲੱਗਦੀ ਹੈ, ਉਹਦਾ ਕਾਰਨ ਕੀ ਹੈ, ਉਹਦੇ ਅੰਦਰ ਕੀ ਖਾਸ ਹੁੰਦਾ ਹੈ। ਇੱਕ ਤਾਂ ਆਈਸਕ੍ਰੀਮ ਸਵੀਟ ਹੁੰਦੀ ਹੈ ਯਾਨੀ ਕਿ ਮਿੱਠੀ ਹੁੰਦੀ ਹੈ। ਦੂਜਾ ਜੋ ਆਈਸਕ੍ਰੀਮ ਹੈ ਉਹ ਟੇਸਟੀ ਹੁੰਦੀ ਹੈ ਵੀ ਸਾਨੂੰ ਖਾਣ ਦੇ ਵਿੱਚ ਜੋ ਹੈ ਕਾਫੀ ਮਤਲਬ ਇੱਕ ਤਰ੍ਹਾਂ ਦਾ ਅਸੀਂ ਇੰਜੋਏ ਕਰਦੇ ਹਾਂ, ਸਾਨੂੰ ਟੇਸਟ ਆਉਂਦਾ ਹੈ। ਠੀਕ ਹੈ, ਇਟ ਮੀਨਸ ਕਿ ਜੋ ਇਹ ਸਵੀਟ ਹੈ ਯਾਨੀ ਕਿ ਇੱਕ ਮਿੱਠਾਪਨ। ਠੀਕ ਹੈ, ਅਤੇ ਦੂਜਾ ਇੱਕ ਹੈ ਜੋ ਟੇਸਟੀ ਹੈ ਯਾਨੀ ਕਿ ਸਾਨੂੰ ਖਾ ਕੇ ਜੋ ਹੈ ਆਈਸਕ੍ਰੀਮ ਨੂੰ ਮਤਲਬ ਸਵਾਦ ਆਉਂਦਾ ਹੈ, ਸਾਡਾ ਟੇਸਟ ਜੋ ਹੈ ਮਤਲਬ ਟੇਸਟੀ ਲੱਗਦੀ ਹੈ, ਸਾਨੂੰ ਸਵਾਦ ਆਉਂਦਾ ਹੈ। ਤਾਂ ਇਹ ਸਵੀਟ ਅਤੇ ਟੇਸਟੀ ਇਹ ਜੋ ਹੈ ਆਈਸਕ੍ਰੀਮ ਨਾउन ਦੇ, ਇੱਥੇ ਜੋ ਆਈਸਕ੍ਰੀਮ ਹੈ ਉਹ ਨਾउन ਹੈ ਅਤੇ ਆਈਸਕ੍ਰੀਮ ਦੀ ਜੋ ਵਿਸ਼ੇਸ਼ਤਾ ਹੈ ਯਾਨੀ ਕਿ ਆਈਸਕ੍ਰੀਮ ਦੀ ਜੋ ਖਾਸੀਅਤ ਹੈ ਉਹ ਸਵੀਟ ਅਤੇ ਟੇਸਟੀ ਹੈ। ਇਹਨਾਂ ਦੋਵਾਂ ਨੂੰ ਅਸੀਂ ਆਈਸਕ੍ਰੀਮ ਦੇ ਐਡਜੈਕਟਿਵਸ ਕਵਾਂਗੇ। ਹੁਣ ਇੱਦਾਂ ਹੀ ਸਾਨੂੰ ਡਰੈਸ, ਬੁੱਕ, ਸਟੋਨ, ਹੇਅਰ ਅਤੇ ਬਿਲਡਿੰਗ ਦੇ ਐਡਜੈਕਟਿਵਸ ਜੋ ਹੈ ਉਹ ਵੇਖਣੇ ਹੈ। ਹਾਂਜੀ, ਡਰੈਸ ਦਾ ਜੋ ਐਡਜੈਕਟਿਵ ਹੈ ਵੀ ਡਰੈਸ ਜੋ ਹੈ ਉਹ ਕਲੀਨ ਹੈ। ਕਲੀਨ ਮੀਨਸ ਕਿ ਉਹ ਸਾਫ਼ ਹੈ। ਠੀਕ ਹੈ, ਇਹ ਡਰੈਸ ਦੀ ਖਾਸੀਅਤ ਦੱਸ ਰਹੇ ਹਾਂ ਅਸੀਂ। ਠੀਕ ਹੈ, ਡਰੈਸ ਗੰਦੀ ਵੀ ਹੋ ਸਕਦੀ ਹੈ, ਡਰਟੀ ਵੀ ਹੋ ਸਕਦੀ ਹੈ, ਪਰ ਇੱਥੇ ਡਰੈਸ ਅਸੀਂ ਜੋ ਹੈ ਲਿਖਿਆ ਕਲੀਨ ਹੈ। ਕਲੀਨ ਮੀਨਸ ਕਿ ਡਰੈਸ ਦੀ ਖਾਸੀਅਤ ਹੈ, ਡਰੈਸ ਦਾ ਐਡਜੈਕਟਿਵ ਹੈ ਵੀ ਉਹ ਕਲੀਨ ਹੈ, ਸਾਫ਼ ਹੈ। ਦੂਜਾ ਡਰੈਸ ਜੋ ਹੈ ਉਹ ਨਾਈਸ ਹੈ। ਨਾਈਸ ਯਾਨੀ ਕਿ ਵਧੀਆ ਹੈ। ਠੀਕ ਹੈ, ਸਾਨੂੰ ਚੰਗੀ ਲੱਗ ਰਹੀ ਹੈ ਦੇਖਣ ਦੇ ਵਿੱਚ। ਹਾਂਜੀ, ਇੱਦਾਂ ਹੀ ਜੋ ਬੁੱਕ ਹੈ, ਠੀਕ ਹੈ, ਜਿਹੜੀ ਬੁੱਕ ਹੈ ਬੱਚਿਓ ਉਹ ਓਲਡ ਵੀ ਹੋ ਸਕਦੀ ਹੈ ਅਤੇ ਨਿਊ ਵੀ ਹੋ ਸਕਦੀ ਹੈ। ਓਲਡ ਮੀਨਸ ਕਿ ਉਹ ਪੁਰਾਣੀ ਵੀ ਹੋ ਸਕਦੀ ਹੈ ਅਤੇ ਨਿਊ ਮੀਨਸ ਕਿ ਉਹ ਨਵੀਂ ਵੀ ਹੋ ਸਕਦੀ ਹੈ। ਤਾਂ ਇੱਥੇ ਜੋ ਹੈ ਓਲਡ ਅਤੇ ਨਿਊ ਇਹ ਬੁੱਕ ਦੀ ਖਾਸੀਅਤ ਦੱਸ ਰਹੇ ਨੇ। ਤਾਂ ਇਹ ਦੋਵੇਂ ਜੋ ਹੈ ਬੁੱਕ ਦੇ ਐਡਜੈਕਟਿਵਸ ਨੇ, ਓਲਡ ਅਤੇ ਨਿਊ। ਨੈਕਸਟ ਹੈ ਜੀ ਸਟੋਨ। ਸਟੋਨ ਯਾਨੀ ਕਿ ਪੱਥਰ। ਹੁਣ ਜੋ ਸਟੋਨ ਹੈ ਇਟ ਮੀਨਸ ਕਿ ਜੋ ਪੱਥਰ ਹੈ ਉਹ ਜੋ ਹੈ ਵਾਈਟ ਯਾਨੀ ਕਿ ਚਿੱਟਾ ਅਤੇ ਬਲੈਕ ਯਾਨੀ ਕਿ ਕਾਲਾ, ਵੀ ਉਹਦੇ ਜੋ ਕਲਰਸ ਹੈ ਉਹ ਵਾਈਟ ਵੀ ਹੋ ਸਕਦਾ ਹੈ ਸਟੋਨ ਅਤੇ ਉਹ ਬਲੈਕ ਵੀ ਹੋ ਸਕਦਾ ਹੈ। ਅਗਲਾ ਹੈ ਜੀ ਹੇਅਰ। ਹੇਅਰ ਯਾਨੀ ਕਿ ਵਾਲ ਯਾਨੀ ਕਿ ਕੇਸ। ਤਾਂ ਜੋ ਹੇਅਰ ਹੈ ਉਹ ਬਰਾਊਨ ਵੀ ਹੋ ਸਕਦੇ ਹੈ ਯਾਨੀ ਕਿ ਭੂਰੇ ਰੰਗ ਦੇ ਵੀ ਹੋ ਸਕਦੇ ਹੈ ਅਤੇ ਬਲੈਕ ਯਾਨੀ ਕਿ ਕਾਲੇ ਰੰਗ ਦੇ ਵੀ ਹੋ ਸਕਦੇ ਹੈ। ਤਾਂ ਇਹ ਦੋਵੇਂ ਜੋ ਹੈ ਐਡਜੈਕਟਿਵਸ ਹੈ ਹੇਅਰ ਦੇ। ਬਿਲਡਿੰਗ ਜੋ ਹੈ ਉਹ ਸਮਾਲ ਵੀ ਹੋ ਸਕਦੀ ਹੈ ਅਤੇ ਟੋਲ ਵੀ ਹੋ ਸਕਦੀ ਹੈ। ਸਮਾਲ ਦਾ ਮੀਨਿੰਗ ਹੈ ਵੀ ਛੋਟਾ ਹੋਣਾ ਅਤੇ ਟੋਲ ਦਾ ਮੀਨਿੰਗ ਹੈ ਲੰਬਾ ਹੋਣਾ। ਇਟ ਮੀਨਸ ਕਿ ਜੋ ਬਿਲਡਿੰਗ ਹੈ ਉਸਦੀ ਜੋ ਦੋ ਐਡਜੈਕਟਿਵ ਹੈ ਉਹ ਹੈ ਸਮਾਲ ਅਤੇ ਟੋਲ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਤਾਂ ਨਾउन ਜੋ ਹੈ ਉਹ ਆਈਸਕ੍ਰੀਮ, ਡਰੈਸ, ਬੁੱਕ, ਸਟੋਨ, ਹੇਅਰ, ਬਿਲਡਿੰਗ ਇਹ ਸਾਰੇ ਨਾउन ਹਨ ਅਤੇ ਇਸ ਪਾਸੇ ਨੂੰ ਜੋ ਅਸੀਂ ਫਿਲ ਕੀਤੇ ਹੈ ਉਹ ਸਾਰੇ ਜੋ ਹੈ ਐਡਜੈਕਟਿਵ ਨੇ ਅਤੇ ਹਰ ਕਿਸੇ ਦੇ ਦੋ ਦੋ ਐਡਜੈਕਟਿਵ ਅਸੀਂ ਲਿਖੇ ਨੇ। ਨੈਕਸਟ ਹੈ ਜੀ ਸਬਸਟੀਟਿਊਸ਼ਨ ਟੇਬਲ।
ਹਾਂਜੀ, ਸਬਸਟੀਟਿਊਸ਼ਨ ਟੇਬਲ ਇਹਦੇ ਵਿੱਚ ਕੀ ਕਹਿ ਰਹੇ ਹੈ, ਮੇਕ sentences using correct form of verb and write in your notebook। ਸਾਨੂੰ ਜੋ ਹੈ ਨੀਚੇ ਜੋ वर्ड्स ਦਿੱਤੇ ਗਏ ਹੈ, ਠੀਕ ਹੈ, ਉਹਨਾਂ ਦਾ ਯੂਜ਼ ਕਰਕੇ ਮੇਕ sentences using correct form of verb। ਦੇਖੋ verb ਕੀ ਹੁੰਦਾ ਹੈ, ਪਹਿਲਾਂ ਇਹ ਸਮਝ ਲੈਂਦੇ ਹਾਂ। ਜਿਵੇਂ ਜਿਵੇਂ ਇਹਨਾਂ ਨੇ ਕਿਹਾ ਹੈ verb ਦਾ ਜੋ ਹੈ ਕਰੈਕਟ verb ਦੀ ਕਰੈਕਟ ਫਾਰਮ ਦਾ ਯੂਜ਼ ਕਰਕੇ ਸੈਂਟੈਂਸ ਜੋ ਹੈ ਬਣਾਓ ਐਂਡ ਰਾਈਟ ਇਨ ਯੂਰ ਨੋਟਬੁੱਕ। ਇਹ ਜੋ ਹੈ ਨਾ, ਇਹ प्ले, रीड, गो, ये सारी वर्ब्स ने। प्ले मीनस खेलना, रीड मीनस पढ़ना, गो मीनस जाना। किसी काम का होना उसनों असी जो है एक्शन कहने हाँ या फिर वर्ब कहने हाँ, ठीक है। किसी काम का होना, प्ले मीनस खेलना भी कोई खेल रहा है, ठीक है। रीड मीनस पढ़ना भी कोई पढ़ रहा है। गो मीनस जाना भी कोई जा रहा है। तो इत्थे जो वर्ब है, वर्ब ये तीनों वर्ब ने, प्ले, रीड, गो भी कोई काम हो रहा है, एक्शन हो रहा है। हाँ जी, तो ये की ने देखो, ये जो है तुसी इसनों सब्जैक्ट भी कह सकते हो। तो ये तीन तरह के होंगे हैं। मीनस कि ਇਹਦੇ ਵਿੱਚ ਅਸੀਂ ਸਿੰਗੂਲਰ ਫਸਟ ਪਰਸਨ, ਸੈਕਿੰਡ ਪਰਸਨ ਤੇ ਥਰਡ ਪਰਸਨ ਦੀ ਗੱਲ ਕਰਨੀ ਹੈ। ਜਿਹੜਾ ਇਹ ਆਈ ਹੈ ਤੇ ਵੀ ਹੈ, ਆਈ ਔਰ ਵੀ ਇਹ ਫਸਟ ਪਰਸਨ ਦੇ ਵਿੱਚ ਆਉਂਦੇ ਨੇ। ਜੋ ਆਈ ਹੈ ਉਹ ਸਿੰਗੂਲਰ ਹੈ ਫਸਟ ਪਰਸਨ ਦਾ, ਵੀ ਜੋ ਹੈ ਉਹ ਫਸਟ ਪਰਸਨ ਦਾ ਪਲੂਰਲ ਹੈ। ਹੁਣ ਇਹ ਫਸਟ ਪਰਸਨ ਤੋਂ ਭਾਵ ਕੀ ਹੈ, ਜੋ ਬੰਦਾ ਗੱਲ ਕਰ ਰਿਹਾ ਹੈ, ਠੀਕ ਹੈ। ਆਈ ਮੀਨਸ ਕਿ ਮੈਂ ਜਾਂ ਫਿਰ ਅਸੀਂ, ਵੀ ਜੋ ਬੰਦਾ ਕੋਈ ਗੱਲ ਸੁਣਾ ਰਿਹਾ ਹੈ ਜਾਂ ਕਹਿ ਰਿਹਾ ਹੈ ਉਸਨੂੰ ਅਸੀਂ ਫਸਟ ਪਰਸਨ ਕਹਿੰਦੇ ਹਾਂ। ਅਤੇ ਜਿਹੜਾ ਬੰਦਾ ਸੁਣ ਰਿਹਾ ਹੁੰਦਾ ਹੈ ਉਸਨੂੰ ਅਸੀਂ ਸੈਕਿੰਡ ਪਰਸਨ ਕਹਿੰਦੇ ਹਾਂ। ਅਤੇ ਸੈਕਿੰਡ ਪਰਸਨ ਦੇ ਵਿੱਚ ਯੂ ਆਉਂਦਾ ਹੈ, ਠੀਕ ਹੈ। ਅਤੇ ਥਰਡ ਪਰਸਨ ਕੀ ਹੁੰਦਾ ਹੈ, ਵੀ ਜਿਹੜਾ ਫਸਟ ਔਰ ਸੈਕਿੰਡ ਪਰਸਨ ਹੈ ਇਹ ਦੋਵੇਂ ਆਪਸ ਦੇ ਵਿੱਚ ਜਿਸ ਬੰਦੇ ਬਾਰੇ ਗੱਲ ਕਰ ਰਹੇ ਨੇ, ਠੀਕ ਹੈ, ਉਸਨੂੰ ਅਸੀਂ ਥਰਡ ਪਰਸਨ ਕਹਿੰਦੇ ਹਾਂ। ਅਤੇ ਉਸਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਹੀ, ਸ਼ੀ, ਇਟ ਦੇ ਨਾਲ। ਹਾਂਜੀ, ਅਤੇ ਇਹ ਜਿਹੜਾ ਦੇ ਹੈ THEY, ਇਹ ਜੋ ਹੈ ਥਰਡ ਪਰਸਨ ਦੀ ਇੱਕ ਪਲੂਰਲ ਫੋਮ ਹੈ। ਸਿੰਗੂਲਰ ਫੋਮ ਦਾ ਮਤਲਬ ਕੀ ਹੁੰਦਾ ਵੀ ਇੱਕ ਵਚਨ, ਪਲੂਰਲ ਫੋਮ ਦਾ ਮਤਲਬ ਕੀ ਹੁੰਦਾ ਬਹੁਵਚਨ। ਹੁਣ ਅਸੀਂ ਇੱਥੇ ਸੈਂਟੈਂਸ ਬਣਾਉਣਾ ਹੈ, ਤਾਂ ਸੈਂਟੈਂਸ ਬਣਾਉਣ ਵਾਸਤੇ ਸਾਨੂੰ ਚਾਹੀਦਾ ਕੀ ਹੁੰਦਾ ਹੈ, ਇੱਕ ਤਾਂ ਦੇਖੋ ਸਾਨੂੰ ਜੋ ਹੈ ਸਬਜੈਕਟ ਚਾਹੀਦਾ ਹੈ, ਇੱਕ ਸਾਨੂੰ ਵਰਬ ਚਾਹੀਦੀ ਹੈ। ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦਾ ਹਾਂ, ਇਹ ਸਾਰੇ ਹੈਗੇ ਨੇ ਸਬਜੈਕਟ, ਇਹ ਹੈਗੇ ਨੇ ਸਬਜੈਕਟ SUBJECT, ਠੀਕ ਹੈ। ਇਹ ਹੋ ਗਏ ਸਬਜੈਕਟ, ਅਤੇ ਇਹ ਜੋ ਹੈ ਇਹ ਸਾਡੀ ਵਰਬਸ ਨੇ, ਵਰਬ। ਅਤੇ ਇਹ ਹੈਗੇ ਨੇ ਬੱਚਿਓ, ਇਹਨਾਂ ਨੂੰ ਅਸੀਂ ਓਬਜੈਕਟ ਕਹਿੰਦੇ ਹਾਂ। ਸਬਜੈਕਟ ਯਾਨੀ ਕਿ ਜੋ ਕੋਈ ਕੰਮ ਕਰ ਰਿਹਾ ਹੈ, ਠੀਕ ਹੈ। ਵਰਬ ਯਾਨੀ ਕਿ ਜਿਹੜਾ ਕੰਮ ਹੋ ਰਿਹਾ ਹੈ, ਅਤੇ ਓਬਜੈਕਟ ਯਾਨੀ ਕਿ ਜਿਸ 'ਤੇ ਕੰਮ ਹੋ ਰਿਹਾ ਹੈ। ਅਤੇ ਅਸੀਂ ਇਹਨਾਂ ਤਿੰਨਾਂ ਦਾ ਯੂਜ਼ ਕਰਕੇ ਜੋ ਹੈ ਸੈਂਟੈਂਸ ਬਣਾਉਣਾ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਸਬਜੈਕਟ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਵਰਬ ਲਿਖਦੇ ਹੁੰਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਓਬਜੈਕਟ ਲਿਖਦੇ ਹਾਂ। ਦੇਖੋ ਮੈਂ ਜੋ ਹੈ ਐਗਜ਼ਾਮਪਲ ਰਾਹੀਂ ਸਮਝਾ ਰੱਖਿਆ ਹੈ, ਸਿੰਪਲ ਜਿਹਾ ਹੈ। ਬਸ ਤੁਸੀਂ ਇਹ ਜੋ ਸ਼ੀ ਵਾਲਾ ਹੈ ਉਹ ਤੁਸੀਂ ਸਮਝਣਾ ਹੈ, ਬਾਕੀ ਤਾਂ ਸਿੰਪਲ ਹੀ ਹੈ। ਦੇਖੋ ਆਈ ਅਸੀਂ ਲਿੱਤਾ ਸਬਜੈਕਟ, ਠੀਕ ਹੈ। ਇਸ ਤੋਂ ਬਾਅਦ ਅਸੀਂ ਲਿੱਤੀ ਵਰਬ ਦੀ, ਜੋ ਸਾਨੂੰ ਮਤਲਬ ਪਹਿਲੀ ਵਰਬ ਸਾਨੂੰ ਗਿਵਨ ਹੈ ਪਲੇ, ਠੀਕ ਹੈ। ਆਈ ਪਲੇ, ਮੈਂ ਇੱਕ ਵਾਰੀ ਤੁਹਾਨੂੰ ਜੋ ਹੈ ਇਸਨੂੰ ਅਰੇਂਜ ਕਰਕੇ ਦਿਖਾ ਦਿੰਦਾ ਹਾਂ। ਹਾਂਜੀ, ਆਈ ਪਲੇ, ਅੱਗੇ ਜੋ ਹੈ ਫੁੱਟਬਾਲ। ਦੇਖੋ ਇਹ ਜੋ ਹੈ ਮੈਂ ਇਹਨਾਂ ਤਿੰਨਾਂ ਨੂੰ ਅਰੇਂਜ ਕੀਤਾ ਹੈ। ਇੱਥੇ ਜੋ ਹੈ ਆਈ ਤੁਹਾਡਾ ਜੋ ਹੈ ਉਹ ਸਬਜੈਕਟ ਹੈ, ਪਲੇ ਜੋ ਹੈ ਉਹ ਵਰਬ ਹੈ, ਅਤੇ ਫੁੱਟਬਾਲ ਜੋ ਹੈ ਉਹ ਤੁਹਾਡਾ ਓਬਜੈਕਟ ਹੈ। ਆਈ ਮੀਨਸ ਸਬਜੈਕਟ, ਸਬਜੈਕਟ ਕੀ ਹੁੰਦਾ ਹੈ ਵੀ ਜੋ ਕੰਮ ਕਰ ਰਿਹਾ ਹੈ। ਪਲੇ ਮੀਨਸ ਵੀ ਜਿਹੜਾ ਕੰਮ ਹੋ ਰਿਹਾ ਹੈ, ਅਤੇ ਫੁੱਟਬਾਲ ਮੀਨਸ ਓਬਜੈਕਟ, ਓਬਜੈਕਟ ਯਾਨੀ ਕਿ ਜਿਸ 'ਤੇ ਕੰਮ ਹੋ ਰਿਹਾ ਹੈ। ਆਈ ਮਤਲਬ ਕਿ ਮੈਂ, ਪਲੇ ਯਾਨੀ ਕਿ ਖੇਲਦਾ ਹਾਂ, ਅਤੇ ਫੁੱਟਬਾਲ ਯਾਨੀ ਕਿ ਕੀ ਖੇਲਦਾ ਹਾਂ, ਫੁੱਟਬਾਲ ਖੇਲਦਾ ਹਾਂ। ਸਮਝ ਰਹੇ ਹੋ ਨਾ ਵੀ ਆਈ ਜੋ ਹੈ ਉਹ ਸਬਜੈਕਟ ਹੋ ਗਿਆ ਜੋ ਕੰਮ ਕਰ ਰਿਹਾ ਹੈ, ਪਲੇ ਯਾਨੀ ਕਿ ਵਰਬ ਹੋ ਗਿਆ ਜੋ ਕੰਮ ਹੋ ਰਿਹਾ ਹੈ, ਅਤੇ ਫੁੱਟਬਾਲ ਯਾਨੀ ਕਿ ਜਿਸ 'ਤੇ ਕੰਮ ਹੋ ਰਿਹਾ ਹੈ। ਫੁੱਟਬਾਲ 'ਤੇ ਕੰਮ ਹੋ ਰਿਹਾ ਹੈ, ਕੀ ਕੰਮ ਹੋ ਰਿਹਾ ਹੈ, ਖੇਡਿਆ ਜਾ ਰਿਹਾ ਹੈ, ਅਤੇ ਫੁੱਟਬਾਲ ਨੂੰ ਅਸੀਂ ਓਬਜੈਕਟ ਕਹਿੰਦੇ ਹਾਂ। ਤਾਂ ਇੱਦਾਂ ਹੀ ਸੈਂਟੈਂਸ ਬਣਦਾ ਹੁੰਦਾ ਹੈ, ਸਬਜੈਕਟ ਪਲੱਸ ਵਰਬ ਪਲੱਸ ਓਬਜੈਕਟ। ਹਾਂਜੀ, ਹੁਣ ਇਹ ਦੇਖੋ ਤੁਸੀਂ ਉੱਪਰ ਦੇਖ ਸਕਦੇ ਹੋ, ਮੈਂ ਪਹਿਲਾ ਸੈਂਟੈਂਸ ਬਣਾ ਰੱਖਿਆ ਹੈ ਆਈ ਦੇ ਨਾਲ, ਆਈ ਪਲੇ ਫੁੱਟਬਾਲ, ਇਹ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਇੱਦਾਂ ਹੀ ਤੁਸੀਂ ਆਈ ਦੇ ਨਾਲ
ਤੁਸੀਂ ਜੋ ਹੈ ਬਾਕੀ ਦੇ ਦੋ ਜੋ ਵਰਬਸ ਸਾਨੂੰ ਗਿਵਨ ਹੈ ਉਹ ਵਾਲੇ ਜੋ ਹੈ ਸੈਂਟੈਂਸਸ ਬਣਾ ਲੈਣੇ ਹੈ। ਮੈਂ ਤੁਹਾਨੂੰ ਸਿਖਾ ਦਿੰਦਾ ਹਾਂ ਕਿੱਦਾਂ। ਦੇਖੋ ਇਹ ਹੋ ਗਿਆ ਆਈ, ਫਿਰ ਅਸੀਂ ਹੁਣ ਪਲੇ ਵਾਲਾ ਤਾਂ ਬਣਾ ਲਿਆ ਹੈ, ਹੁਣ ਅਸੀਂ ਰੀਡ ਵੱਲ ਨੂੰ ਚੱਲਣਾ ਹੈ। ਰੀਡ ਤੇ ਅਗਲਾ ਕੀ ਹੈ, ਨਿਊਜ਼ਪੇਪਰ ਡੇਲੀ। ਇਹ ਤੁਹਾਡਾ ਜੋ ਹੈ ਅਗਲਾ ਸੈਂਟੈਂਸ ਹੋ ਜਾਊਗਾ। ਆਈ ਰੀਡ ਨਿਊਜ਼ਪੇਪਰ ਡੇਲੀ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਲਿਖਿਆ ਹੋਇਆ ਹੈ ਆਈ ਰੀਡ ਨਿਊਜ਼ਪੇਪਰ ਡੇਲੀ। ਇਹ ਤੁਹਾਡਾ ਜੋ ਹੈ ਅਗਲਾ ਸੈਂਟੈਂਸ ਹੈ। ਹੁਣ ਇੱਦਾਂ ਹੀ ਥਰਡ ਜੋ ਹੈ ਉਹ ਅਸੀਂ ਬਣਾ ਲੈਂਦੇ ਹਾਂ ਆਈ ਦੇ ਨਾਲ ਹੀ। ਆਈ ਅੱਗੇ ਆ ਜਾਏਗਾ ਵਰਬ ਯਾਨੀ ਕਿ ਗੋ ਫॉर ਏ ਮਾਰਨਿੰਗ ਵਾਕ, ਵੀ ਮੈਂ ਸਵੇਰੇ ਜੋ ਹੈ ਸੈਰ ਕਰਨ ਵਾਸਤੇ ਜੋ ਹੈ ਜਾਣਾ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇਹ ਮੈਂ ਇੱਥੇ ਲਿਖ ਰੱਖਿਆ ਹੈ ਆਈ ਗੋ ਫॉर ਏ ਮਾਰਨਿੰਗ ਵਾਕ, ਵੀ ਮੈਂ ਜੋ ਹੈ ਸਵੇਰੇ ਸੈਰ ਕਰਨ ਵਾਸਤੇ ਜਾਣਾ ਹਾਂ। ਇੱਦਾਂ ਹੀ ਤੁਸੀਂ ਦੇਖੋ ਜਿੱਦਾਂ ਮੈਂ ਆਈ ਦੇ ਨਾਲ ਬਣਾਏ ਹੈ ਨਾ, ਇੱਦਾਂ ਹੀ ਤੁਸੀਂ ਮੈਂ ਦੱਸ ਦੇਣਾ ਹਾਂ ਜਿਹੜਾ ਇਹ ਦੇ ਹੈ ਇਸ ਦੇ ਨਾਲ ਵੀ ਦੇ ਨਾਲ ਤੇ ਯੂ ਦੇ ਨਾਲ ਬਣਾ ਲੈਣੇ ਹੈ। ਦੇ ਨਾਲ ਤੁਸੀਂ ਕਿਵੇਂ ਬਣਾਓਗੇ, ਦੇ ਪਲੇ ਫੁੱਟਬਾਲ, ਠੀਕ ਹੈ। ਤੇ ਅਗਲਾ ਕੀ ਹੋਏਗਾ, ਦੇ ਰੀਡ ਨਿਊਜ਼ਪੇਪਰ ਡੇਲੀ। ਫਿਰ ਇਸ ਤੋਂ ਬਾਅਦ ਕੀ ਹੋਏਗਾ, ਦੇ ਨਾਲ ਦੇ ਗੋ ਫॉर ਏ ਮਾਰਨਿੰਗ ਵਾਕ। ਇੱਦਾਂ ਹੀ ਤੁਸੀਂ ਸੈਂਟੈਂਸਸ ਬਣਾ ਲੈਣੇ ਹੈ। ਹੁਣ ਦੇਖੋ ਵੀ ਦੇ ਨਾਲ ਵੀ ਤੁਸੀਂ ਇੱਦਾਂ ਹੀ ਬਣਾਉਣੇ ਹੈ। ਵੀ ਪਲੇ ਫੁੱਟਬਾਲ, ਵੀ ਰੀਡ ਨਿਊਜ਼ਪੇਪਰ ਡੇਲੀ, ਵੀ ਗੋ ਫॉर ਏ ਮਾਰਨਿੰਗ ਵਾਕ। ਤੇ ਇੱਦਾਂ ਹੀ ਯੂ ਦੇ ਨਾਲ ਯੂ ਪਲੇ ਫੁੱਟਬਾਲ, ਯੂ ਰੀਡ ਨਿਊਜ਼ਪੇਪਰ ਡੇਲੀ, ਯੂ ਗੋ ਫॉर ਏ ਮਾਰਨਿੰਗ ਵਾਕ। ਹੁਣ ਇਹ ਜਿਹੜਾ ਸ਼ੀ ਹੈ ਨਾ, ਇਹ ਮੈਨੂੰ ਜੋ ਹੈ ਤੁਹਾਨੂੰ ਦੱਸਣਾ ਹੈ ਤੇ ਇਹਦੇ ਦੱਸਣ ਦਾ ਕਾਰਨ ਇਹ ਹੈ ਇਹਦੇ ਵਿੱਚ ਵਰਬ ਦੇ ਨਾਲ ਐਸ ਜਾਂ ਈਐਸ ਲੱਗੂਗਾ। ਉਹਦਾ ਕਾਰਨ ਕੀ ਹੈ ਵੀ ਜਿਹੜਾ ਇਹ ਸ਼ੀ ਹੈ ਨਾ, ਇਹ ਤੁਹਾਡਾ ਜੋ ਹੈ ਇਹ ਥਰਡ ਪਰਸਨ ਹੈ ਤੇ ਥਰਡ ਪਰਸਨ ਦੇ ਵਿੱਚ ਇਹ ਸਿੰਗੂਲਰ ਹੈ। ਤੇ ਅਗਰ ਥਰਡ ਪਰਸਨ ਸਿੰਗੂਲਰ ਹੋਏ ਨਾ ਤਾਂ ਫਿਰ ਜੋ ਇਹ ਵਰਬਸ ਹੈ ਜਿਵੇਂ ਪਲੇ ਹੋ ਗਿਆ, ਰੀਡ ਹੋ ਗਿਆ, ਗੋ ਹੋ ਗਿਆ, ਇਹਨਾਂ ਦੇ ਨਾਲ ਐਸ ਜਾਂ ਈਐਸ ਲੱਗਦਾ ਹੈ। ਐਸ ਕਿੱਥੇ ਲਾਣਾ ਹੈ ਮੈਂ ਦੱਸ ਦਾਂਗਾ ਤੁਹਾਨੂੰ, ਠੀਕ ਹੈ। ਤੇ ਈਐਸ ਕਿੱਥੇ ਲਾਣਾ ਹੈ ਉਹ ਵੀ ਦੱਸ ਦੇਣਾ ਹਾਂ। ਇੱਕ ਵਾਰੀ ਇਹ ਸਮਝ ਲਓ ਵੀ ਜਿਹੜਾ ਗੱਲ ਕਰ ਰਿਹਾ ਹੈ ਯਾਨੀ ਕਿ ਸੁਣਾ ਰਿਹਾ ਹੈ, ਅਗਰ ਕੋਈ ਗੱਲ ਸੁਣਾ ਰਿਹਾ ਹੈ ਉਸਨੂੰ ਅਸੀਂ ਕਹਿੰਦੇ ਹਾਂ ਫਰਸਟ ਪਰਸਨ। ਇਹਦੇ ਵਿੱਚ ਆਈ ਔਰ ਵੀ ਆ ਜਾਂਦੇ ਨੇ। ਤੇ ਜਿਹੜਾ ਗੱਲ ਸੁਣ ਰਿਹਾ ਹੈ ਉਸਨੂੰ ਅਸੀਂ ਸੈਕਿੰਡ ਪਰਸਨ ਕਹਿੰਦੇ ਹਾਂ, ਉਹਦੇ ਵਿੱਚ ਯੂ ਆਉਂਦਾ ਹੈ, ਠੀਕ ਹੈ। ਤੇ ਜਿਹੜਾ ਜਿਸ ਦੇ ਬਾਰੇ ਗੱਲ ਸੁਣਾਈ ਜਾ ਰਹੀ ਹੈ ਉਸਨੂੰ ਅਸੀਂ ਥਰਡ ਪਰਸਨ ਕਹਿੰਦੇ ਹਾਂ ਤੇ ਉਸ ਦੇ ਵਿੱਚ ਹੀ, ਸ਼ੀ, ਇਟ ਆ ਜਾਂਦੇ ਹੈ। ਇਹ ਸਿੰਗੂਲਰ ਹੈ ਯਾਨੀ ਕਿ ਇੱਕ ਵਚਨ ਨੇ। ਤੇ ਅਗਰ ਅਸੀਂ ਦੇ ਦੀ ਗੱਲ ਕਰਾਂਗੇ ਤਾਂ ਉਹ ਜੋ ਹੈ ਬਹੁਵਚਨ ਹੈ ਯਾਨੀ ਕਿ ਪਲੂਰਲ ਫਾਰਮ ਹੈ ਥਰਡ ਪਰਸਨ ਦੀ। ਹੁਣ ਇੱਥੇ ਜਿਵੇਂ ਇਹ ਸ਼ੀ ਹੈ, ਠੀਕ ਹੈ, ਇਹ ਥਰਡ ਪਰਸਨ ਹੈ ਤੇ ਇਸ ਦੇ ਵਿੱਚ ਅਸੀਂ ਕਰਨਾ ਕੀ ਹੁੰਦਾ ਹੈ, ਜਿਹੜਾ ਇਹ ਪਲੇ ਹੈ ਇਹ ਪਲੇ ਦੇ ਨਾਲ ਐਸ ਲੱਗੂਗਾ, ਠੀਕ ਹੈ। ਇੱਦਾਂ ਹੀ ਰੀਡ ਦੇ ਨਾਲ ਜੋ ਹੈ ਐਸ ਲੱਗੂਗਾ। ਇੱਥੇ ਤੁਸੀਂ ਦੇਖ ਸਕਦੇ ਹੋ ਸ਼ੀ ਪਲੇਸ ਫੁੱਟਬਾਲ, ਸ਼ੀ ਰੀਡਸ ਨਿਊਜ਼ਪੇਪਰ ਡੇਲੀ, ਵੇਖ ਸਕਦੇ ਹੋ ਤੁਸੀਂ, ਠੀਕ ਹੈ। ਪਲੇ ਅਤੇ ਰੀਡ ਦੇ ਨਾਲ ਐਸ ਲੱਗੂਗਾ। ਇਹਦਾ ਕਾਰਨ ਇਹ ਹੈ ਵੀ ਜੋ ਸ਼ੀ ਹੈ ਉਹ ਥਰਡ ਪਰਸਨ ਹੈ ਤੇ ਥਰਡ ਪਰਸਨ ਦੇ ਵਿੱਚ ਵੀ ਸਿੰਗੂਲਰ ਹੈ। ਸਿੰਗੂਲਰ ਦਾ ਮੀਨਸ ਇਹ ਹੁੰਦਾ ਵੀ ਇੱਕ ਵਚਨ, ਵੀ ਇੱਥੇ ਇੱਕ ਸ਼ੀ ਜਿਵੇਂ ਹੈ ਵੀ ਇੱਥੇ ਇੱਕ ਕੁੜੀ ਦੀ ਗੱਲ ਹੋ ਰਹੀ ਹੈ, ਠੀਕ ਹੈ। ਹਾਂਜੀ, ਜਿਹੜਾ ਇਹ ਪਲੇ ਔਰ ਰੀਡ ਹੈ ਇਸ ਦੇ ਨਾਲ ਤਾਂ ਐਸ ਲੱਗੂਗਾ। ਜਿਹੜਾ ਇਹ ਗੋ ਹੈ ਇਸ ਦੇ ਨਾਲ ਦੇਖੋ ਜ਼ਰਾ ਧਿਆਨ ਨਾਲ ਈਐਸ ਲਗਾ ਰੱਖਿਆ ਮੈਂ। ਇਹਦਾ ਕਾਰਨ ਕੀ ਹੈ ਵੀ ਇੱਦਾਂ ਦੇ ਵਰਡਸ ਜਿਹੜੇ ਓ ਦੇ ਨਾਲ ਐਂਡ ਹੁੰਦੇ ਹੈ, ਠੀਕ ਹੈ। ਤੇ ਇਸ ਤੋਂ ਇਲਾਵਾ ਵੀ ਹੋਰ ਮਤਲਬ ਜੋ ਹੈ ਕੈਟੇਗਰੀਜ਼ ਹੈ ਵੀ ਜਿਹੜੇ ਡਬਲ ਐਸ ਦੇ ਨਾਲ ਐਂਡ ਹੁੰਦੇ ਹੈ, ਜਿਵੇਂ ਪਾਸ ਹੋ ਗਿਆ, ਠੀਕ ਹੈ, ਉਸਨੂੰ ਅਸੀਂ ਪਾਸਿਸ ਲਿਖਦੇ ਹਾਂ, ਠੀਕ ਹੈ, PASS। ਤੇ ਉਸਨੂੰ ਅਗਰ ਅਸੀਂ ਮਤਲਬ ਥਰਡ ਪਰਸਨ ਦੇ ਨਾਲ ਯੂਜ਼ ਕਰਦੇ ਹਾਂ ਪਾਸਿਸ ਲਿਖਦੇ ਹਾਂ। ਇੱਦਾਂ ਹੀ ਜਿਵੇਂ ਵਾਸ਼ ਹੋ ਗਿਆ, WASH। ਤਾਂ ਅਗਰ ਜੋ ਵਰਡਸ SH ਦੇ ਨਾਲ ਐਂਡ ਹੋ ਰਹੇ ਹੈ ਉਹਨਾਂ ਦੇ ਨਾਲ ਵੀ ਅਸੀਂ ਜੋ ਹੈ ES ਲਗਾਉਂਦੇ ਹਾਂ, ਵਾਸ਼ਿਜ਼। ਤਾਂ ਕੁਝ ਰੂਲਸ ਨੇ ਇੱਥੇ, ਬਸ ਤੁਸੀਂ ਇਹ ਯਾਦ ਰੱਖਣਾ ਹੈ ਵੀ ਸ਼ੀ ਦੇ ਨਾਲ ਜਿਹੜਾ ਇਹ ਪਲੇ ਅਤੇ ਰੀਡ ਆ ਰਿਹਾ ਹੈ ਇਸ ਦੇ ਵਿੱਚ ਅਸੀਂ ਐਸ ਲਗਾਵਾਂਗੇ ਤੇ ਗੋ ਦੇ ਨਾਲ ES ਲਗਾਵਾਂਗੇ। ਉਹਦਾ ਕਾਰਨ ਇਹ ਹੈ ਵੀ ਜੋ ਗੋ ਹੈ ਨਾ ਉਹ ਸਾਡਾ ਮਤਲਬ ਉਸ ਦਾ ਜੋ ਆਖਰੀ ਵਰਡ ਹੈ, ਦੇਖੋ ਵੈਸੇ ਤਾਂ ਗੋ ਦੇ ਵਿੱਚ ਜੋ ਹੈ ਤੁਹਾਡੇ ਦੋ ਹੀ ਅਲਫਾਬੈਟਸ ਯੂਜ਼ ਹੋ ਰਹੇ ਨੇ, ਇੱਕ ਤਾਂ G ਹੋ ਰਿਹਾ ਤੇ ਇੱਕ O ਹੋ ਰਿਹਾ ਹੈ। ਪਰ ਗੋ ਜੋ ਹੈ ਉਸ ਦਾ ਜੋ ਆਖਰੀ ਵਰਡ ਹੈ ਯਾਨੀ ਕਿ ਪਿੱਛੇ ਵਾਲਾ ਜੋ ਵਰਡ ਹੈ ਉਹ ਜੋ ਹੈ O ਹੈ। ਤੇ ਜਿਹੜੇ ਵਰਡਸ O ਤੇ ਖਤਮ ਹੁੰਦੇ ਹਨ ਉਹਨਾਂ ਦੇ ਨਾਲ ਅਸੀਂ ES ਲਗਾਉਣੇ ਹੁੰਦੇ ਆ, ਠੀਕ ਹੈ। ਤਾਂ ਕਰਕੇ ਜੋ ਹੈ ਇੱਥੇ ਅਸੀਂ ਗੋ ਦੇ ਨਾਲ ES ਲਗਾਵਾਂਗੇ ਤੇ ਉਹ ਬਣੇਗਾ ਗੋਜ਼। ਸ਼ੀ ਗੋਜ਼ ਫॉर ਏ
ਮੋਰਨਿੰਗ ਵਾਕ। ਵੀ ਉਹ ਜੋ ਹੈ ਯਾਨੀ ਕਿ ਇੱਥੇ ਕੁੜੀ ਦੀ ਗੱਲ ਹੋ ਰਹੀ ਹੈ, ਸ਼ੀ ਦੀ, ਲੇਡੀ ਵੀ ਹੋ ਸਕਦੀ ਹੈ। ਸ਼ੀ ਗੋਜ਼ ਫॉर ए ਮੋਰਨਿੰਗ ਵਾਕ, ਵੀ ਉਹ ਜੋ ਲੇਡੀ ਹੈ ਜਾਂ ਫਿਰ ਜੋ ਕੁੜੀ ਹੈ ਉਹ ਜੋ ਹੈ ਸਵੇਰੇ ਸੈਰ ਵਾਸਤੇ ਜਾਂਦੇ ਨੇ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਸ਼ੀ ਜੋ ਹੈ ਉਹ ਥਰਡ ਪਰਸਨ ਹੈ ਤੇ ਪਲੇ ਔਰ ਰੀਡ ਦੇ ਨਾਲ ਐਸ ਲੱਗੂਗਾ, ਤੇ ਗੋ ਜੋ ਹੈ ਕਿਉਂਕਿ ਉਹ ਓ ਤੇ ਐਂਡ ਹੋ ਰਿਹਾ ਹੈ ਤੇ ਇਦਾਂ ਦੇ ਵਰਡਸ ਜਿਹੜੇ ਉਹ ਦੇ ਨਾਲ ਐਂਡ ਹੁੰਦੇ ਆ ਉਹਨਾਂ ਦੇ ਨਾਲ ਅਸੀਂ ਈ ਐਸ ਲਗਾਉਂਦੇ ਹਾਂ, ਠੀਕ ਹੈ। ਸ਼ੀ ਗੋਜ਼ ਫॉर ए ਮੋਰਨਿੰਗ ਵਾਕ। ਹਾਂਜੀ, ਨੈਕਸਟ ਹੈ ਜੀ ਕੰਜੰਕਸ਼ਨਸ। The words which are used to join two words, group of words, sentences or phrases are called conjunctions। ਦੇਖੋ ਕੰਜੰਕਸ਼ਨਸ ਕੀ ਹੁੰਦਾ ਹੈ, ਇੱਦਾਂ ਦੇ ਵਰਡਸ ਹੈ ਜੋ ਦੋ ਵਰਡਸ ਨੂੰ ਜਾਂ ਗਰੁੱਪ ਆਫ ਵਰਡਸ ਨੂੰ ਜਾਂ ਸੈਂਟੈਂਸਿਸ ਨੂੰ ਜਾਂ ਫਰੇਜ਼ਸ ਨੂੰ ਜੋ ਹੈ ਜੁਆਇਨ ਕਰਦੇ ਹੈ, ਉਹਨਾਂ ਨੂੰ ਅਸੀਂ ਕੰਜੰਕਸ਼ਨਸ ਕਹਿੰਦੇ ਹਾਂ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਣਾ ਹਾਂ ਵੀ ਇਹ ਜੋ ਕੰਜੰਕਸ਼ਨਸ ਹੈ ਇਹ ਕੀ ਹੁੰਦੇ ਹੈ। ਦੇਖੋ ਫਸਟ ਹੈ ਰਾਜ ਐਂਡ ਮਨਜੀਤ ਆਰ ਫਰੈਂਡਸ। ਇੱਥੇ ਆਰ ਦੇ ਨੀਚੇ ਤੁਸੀਂ ਦੇਖ ਸਕਦੇ ਹੋ, ਆਰ ਦੇ ਥੱਲੇ ਨਾ ਇਹਨਾਂ ਨੇ ਅੰਡਰਲਾਈਨ ਕਰ ਰੱਖਿਆ ਹੈ, ਪਰ ਆਰ ਦੇ ਥੱਲੇ ਅੰਡਰਲਾਈਨ ਨਹੀਂ ਆਣਾ, ਮਤਲਬ ਜੋ ਇਹ ਲਾਈਨ ਲੱਗੀ ਹੋਈ ਹੈ ਨਾ ਆਰ ਦੇ ਥੱਲੇ, ਇਹ ਨਹੀਂ ਆਣੀ ਚਾਹੀਦੀ, ਕਿਉਂਕਿ ਆਰ ਜੋ ਹੈ ਉਹ ਤੁਹਾਡੀ ਇੱਕ ਤਰ੍ਹਾਂ ਦੀ ਹੈਲਪਿੰਗ ਵਰਬ ਹੁੰਦੀ ਹੈ, ਉਹ ਤੁਹਾਡੀ ਜੋ ਹੈ ਕੰਜੰਕਸ਼ਨ ਨਹੀਂ ਹੁੰਦੀ ਹੈ। ਮੈਂ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਰੈੱਡ ਕਲਰ ਵਾਲੀ ਜੋ ਹੈ, ਸੌਰੀ ਇਹ ਬਲੂ ਕਲਰ ਵਾਲੀ ਜੋ ਹੈ ਮਤਲਬ ਲਾਈਨ ਲਗਾ ਦਿੱਤੀ ਹੈ, ਤੇ ਐਂਡ ਦੇ ਥੱਲੇ ਜੋ ਇਹ ਲਾਈਨ ਲਗਾਈ ਗਈ ਹੈ, ਐਂਡ ਜੋ ਹੈ ਨਾ ਉਹ ਤੁਹਾਡਾ ਜੋ ਹੈ ਕੰਜੰਕਸ਼ਨ ਹੈ। ਕੰਜੰਕਸ਼ਨ ਕਿਵੇਂ ਹੈ, ਦੇਖੋ ਇੱਥੇ ਦੋ ਜੋ ਹੈ ਵਰਡਸ ਹੈ ਜਾਂ ਫਿਰ ਦੋ ਨਾਂ ਹੈ, ਰਾਜ ਔਰ ਮਨਜੀਤ, ਠੀਕ ਹੈ, ਰਾਜ ਅਤੇ ਮਨਜੀਤ। ਹੁਣ ਰਾਜ ਅਤੇ ਮਨਜੀਤ ਨੂੰ ਜੁਆਇਨ ਕੀ ਕਰ ਰਿਹਾ ਹੈ, ਐਂਡ। ਹਾਂਜੀ, ਰਾਜ ਐਂਡ ਮਨਜੀਤ, ਤਾਂ ਇੱਥੇ ਦੋ ਵਰਡਸ ਨੂੰ ਜੁਆਇਨ ਕਰ ਰਿਹਾ ਹੈ ਐਂਡ, ਰਾਜ ਐਂਡ ਮਨਜੀਤ। ਹੁਣ ਕਿਉਂਕਿ ਇਹ ਦੋ ਵਰਡਸ ਨੂੰ ਜੁਆਇਨ ਕਰ ਰਿਹਾ ਹੈ ਤੇ ਇੱਦਾਂ ਦੇ ਸ਼ਬਦ ਜਾਂ ਵਰਡਸ ਜਿਹੜੇ ਦੋ ਵਰਡਸ ਨੂੰ ਜੁਆਇਨ ਕਰਨ ਉਹਨਾਂ ਨੂੰ ਅਸੀਂ ਕੰਜੰਕਸ਼ਨਸ ਕਹਿੰਦੇ ਹਾਂ। ਇੱਥੇ ਜੋ ਐਂਡ ਹੈ ਉਹ ਤੁਹਾਡਾ ਕੰਜੰਕਸ਼ਨ ਹੈ। ਹੁਣ ਨੀਚੇ ਵੇਖੋ, ਵੇਟ ਟਿਲ ਹੀ ਕਮਸ। ਹੁਣ ਇੱਥੇ ਜੋ ਟਿਲ ਹੈ ਨਾ, ਟਿਲ ਦਾ ਮਤਲਬ ਹੁੰਦਾ ਹੈ ਵੀ ਜਦ ਤੱਕ, ਵੇਟ ਯਾਨੀ ਕਿ ਇੰਤਜ਼ਾਰ ਕਰੋ, ਟਿਲ ਮੀਨਸ ਜਦ ਤੱਕ, ਹੀ ਕਮਸ ਯਾਨੀ ਕਿ ਜਦ ਤੱਕ ਉਹ ਨਹੀਂ ਆ ਜਾਂਦਾ। ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਣਾ ਹੈ। ਇੱਥੇ ਵੇਟ ਔਰ ਹੀ ਕਮਸ ਇਹਨਾਂ ਨੂੰ ਜੁਆਇਨ ਕਰਨ ਵਾਲਾ ਜਿਹੜਾ ਵਰਡ ਹੈ ਉਹ ਹੈ ਟਿਲ। ਟਿਲ ਮੀਨਸ ਜਦ ਤੱਕ, ਵੇਟ ਯਾਨੀ ਕਿ ਇੰਤਜ਼ਾਰ ਕਰੋ, ਟਿਲ ਮੀਨਸ ਜਦ ਤੱਕ, ਹੀ ਕਮਸ ਵੀ ਉਹ ਆ ਨਹੀਂ ਜਾਂਦਾ, ਠੀਕ ਹੈ, ਵੀ ਵੇਟ ਟਿਲ ਹੀ ਕਮਸ ਵੀ ਉਸਦੇ ਆਉਣ ਤੱਕ ਇੰਤਜ਼ਾਰ ਕਰੋ, ਇੱਦਾਂ ਵੀ ਕਹਿ ਸਕਦੇ ਹਾਂ। ਇੱਥੇ ਵੇਟ ਤੇ ਹੀ ਕਮਸ ਨੂੰ ਜੁਆਇਨ ਕਰ ਰਿਹਾ ਹੈ ਟਿਲ, ਤੇ ਤਾਂ ਕਰਕੇ ਇਹ ਜੋ ਹੈ ਕੰਜੰਕਸ਼ਨ ਹੈ। ਇੱਦਾਂ ਹੀ ਆਈ ਐਮ ਟੋਲ ਬਟ ਹੀ ਇਜ਼ ਸ਼ੋਰਟ। ਦੇਖੋ ਆਈ ਐਮ ਟੋਲ ਇੱਕ ਸੈਂਟੈਂਸ ਹੈ ਤੇ ਹੀ ਇਜ਼ ਸ਼ੋਰਟ ਦੂਜਾ ਸੈਂਟੈਂਸ ਹੈ, ਇਹਨਾਂ ਦੋਵਾਂ ਨੂੰ ਜੁਆਇਨ ਕਰ ਰਿਹਾ ਹੈ ਬਟ। ਆਈ ਐਮ ਟੋਲ ਵੀ ਮੈਂ ਲੰਬਾ ਹਾਂ, ਬਟ ਯਾਨੀ ਕਿ ਪਰ ਹੀ ਇਜ਼ ਸ਼ੋਰਟ, ਪਰ ਉਹ ਜੋ ਹੈ ਛੋਟਾ ਹੈ, ਯਾਨੀ ਕਿ ਉਹਦੀ ਹਾਈਟ ਜੋ ਹੈ ਉਹ ਘੱਟ ਹੈ, ਠੀਕ ਹੈ। ਆਈ ਐਮ ਟੋਲ ਮੈਂ ਲੰਬਾ ਹਾਂ, ਬਟ ਹੀ ਇਜ਼ ਸ਼ੋਰਟ, ਤਾਂ ਇਹਨਾਂ ਦੋ ਸੈਂਟੈਂਸਸ ਨੂੰ ਇੱਥੇ ਜੁਆਇਨ ਕਰ ਰਿਹਾ ਹੈ ਬਟ, ਤਾਂ ਇਸ ਕਰਕੇ ਅਸੀਂ ਇਸ ਬਟ ਨੂੰ ਜੋ ਹੈ ਕੰਜੰਕਸ਼ਨ ਕਵਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹੁਣ ਨੀਚੇ ਕੁਝ ਇਹਨਾਂ ਨੇ ਜੋ ਹੈ ਸਾਨੂੰ ਕੰਜੰਕਸ਼ਨਸ ਨੂੰ ਜੋ ਹੈ ਜੁਆਇਨਿੰਗ ਵਰਡਸ ਨੂੰ ਜੋ ਹੈ ਇਹਨਾਂ ਨੇ ਅੰਡਰਲਾਈਨ ਕਰਨ ਵਾਸਤੇ ਕਿਹਾ ਹੈ। ਵੇਖ ਸਕਦੇ ਹਾਂ, ਅੰਡਰਲਾਈਨ ਦਾ ਜੁਆਇਨਿੰਗ ਵਰਡਸ ਇਨ ਦਾ ਫੋਲੋਇੰਗ ਸੈਂਟੈਂਸਿਸ। ਨੰਬਰ 1, ਯੂ ਆਰ ਵਾਈਜ਼ ਬਟ ਹੀ ਇਜ਼ ਐਨ ਈਡੀਅਟ। ਫਸਟ ਜੋ ਮਤਲਬ ਇਹ ਦੇ ਰੱਖਿਆ ਹੈ ਸਾਨੂੰ ਸੈਂਟੈਂਸ, ਇਹਦੇ ਵਿੱਚ ਯੂ ਆਰ ਵਾਈਜ਼ ਇਹ ਜੋ ਹੈ ਇੱਕ ਸੈਂਟੈਂਸ ਹੈ, ਹੀ ਇਜ਼ ਐਨ ਈਡੀਅਟ ਵੀ ਯੂ ਆਰ ਵਾਈਜ਼ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਜੋ ਹੈ ਹੋਸ਼ਿਆਰ ਹੋ, ਹੀ ਇਜ਼ ਐਨ ਈਡੀਅਟ ਵੀ ਜੋ ਉਹ ਹੈ, ਹੀ ਮੀਨਸ ਉਹ ਜੋ ਹੈ ਮਤਲਬ ਕਾਫੀ ਮਤਲਬ ਵੀਕ ਕਹਿ ਸਕਦੇ ਹੋ, ਈਡੀਅਟ ਮੀਨਸ ਕਮ ਅਕਲ ਕਹਿ ਸਕਦੇ ਹੋ ਵੀ ਜੋ ਜਿਸ ਨੂੰ ਨੌਲੇਜ ਨਾ ਹੋਏ, ਠੀਕ ਹੈ। ਯੂ ਆਰ ਵਾਈਜ਼ ਵੀ ਤੁਸੀਂ ਤਾਂ ਹੋਸ਼ਿਆਰ ਹੋ, ਬਟ ਹੀ ਇਜ਼ ਐਨ ਈਡੀਅਟ, ਬਟ ਹੀ ਯਾਨੀ ਕਿ ਉਹ ਜੋ ਹੈ, ਈਡੀਅਟ ਮੀਨਸ ਕਿ ਕਮ ਅਕਲ ਹੈ,
ਵੀ ਉਹ ਜੋ ਹੈ ਹਰ ਕੰਮ ਨੂੰ ਖਰਾਬ ਕਰ ਦਿੰਦਾ ਹੈ। ਤਾਂ ਇੱਥੇ ਯੂ ਆਰ ਵਾਈਜ਼ ਤੇ ਹੀ ਇਜ਼ ਐਨ ਇਡੀਅਟ, ਇਹਨਾਂ ਨੂੰ ਜੁਆਇਨ ਕਰਨ ਵਾਲਾ ਜਿਹੜਾ ਵਰਡ ਹੈ ਉਹ ਹੈ ਬਟ, ਤੇ ਤਾਂ ਕਰਕੇ ਅਸੀਂ ਜੋ ਹੈ ਇੱਥੇ ਜੋ ਬਟ ਹੈ, ਠੀਕ ਹੈ, ਇਸ ਨੂੰ ਅਸੀਂ ਜੁਆਇਨਿੰਗ ਵਰਡ ਜਾਂ ਫਿਰ ਕੰਜੰਕਸ਼ਨ ਕਵਾਂਗੇ। ਰਵੀ ਇਜ਼ ਫੈਟ ਐਜ਼ ਵੈਲ ਐਜ਼ ਲੇਜ਼ੀ, ਇੱਥੇ ਫੈਟ ਔਰ ਲੇਜ਼ੀ ਇਹਨਾਂ ਦੋ ਵਰਡਸ ਨੂੰ ਜੁਆਇਨ ਕਰ ਰਿਹਾ ਹੈ ਐਜ਼ ਵੈਲ ਐਜ਼ ਦਾ ਮੀਨਿੰਗ ਹੁੰਦਾ ਹੈ ਅਤੇ, ਐਂਡ ਤੇ ਐਜ਼ ਵੈਲ ਐਜ਼ ਇਹ ਦੋਵੇਂ ਜੋ ਹੈ ਲਗਭਗ ਸੇਮ ਹੀ ਹੁੰਦੇ हैं, ਦੋਵੇਂ ਜੋ ਹੈ ਅਤੇ ਨੂੰ रिप्रेजेंट करते हैं। भी जो रवि है वो फैट यानी कि मोटा है, लेजी मीन्स कि आलसी है, ठीक है। तो रवि इज़ फैट एज वैल एज लेजी, इत्थे फैट ते लेजी इन्हां दो वर्ड्स ਨੂੰ ਜੁਆਇਨ ਕਰ ਰਿਹਾ ਹੈ एज वैल एज, ਤੇ ਤਾਂ ਕਰਕੇ एज वैल एज जो है वो कंजंक्शन है। नेक्स्ट है मीनू एंड अमन आर फ्रेंड्स, मीनू और अमन इन्हां ਨੂੰ ਜੁਆਇਨ ਕਰ ਰਿਹਾ ਹੈ एंड, ਤੇ ਤਾਂ ਕਰਕੇ ਜੋ ਹੈ एंड ਇੱਥੇ ਜੋ ਹੈ ਉਹ ਕੰਜੰਕਸ਼ਨ ਹੈ। ਹਾਂਜੀ, ਸੁਦੇਸ਼ ਇਜ਼ ਰਿਚ ਐਂਡ ਨਾਈਸ, ਰਿਚ ਅਤੇ ਨਾਈਸ ਨੂੰ ਜੁਆਇਨ ਕਰ ਰਿਹਾ ਹੈ ਐਂਡ, ਤੇ ਜੁਆਇਨਿੰਗ ਵਰਡ ਹੈ ਐਂਡ, ਰਿਚ ਐਂਡ ਨਾਈਸ, ਵੀ ਸੁਦੇਸ਼ ਜੋ ਹੈ ਉਹ ਅਮੀਰ ਤੇ ਚੰਗਾ ਹੈ, ਤੇ ਇੱਥੇ ਜੋ ਐਂਡ ਹੈ ਉਹ ਜੋ ਹੈ ਜੁਆਇਨਿੰਗ ਵਰਡ ਹੈ। ਅਸੀਂ ਅੰਡਰਲਾਈਨ ਕਰਨਾ ਹੈ, ਅੰਡਰਲਾਈਨ ਮੀਨਸ ਕਿ ਅਸੀਂ ਜੋ ਜੁਆਇਨਿੰਗ ਵਰਡ ਹੈ ਕੰਜੰਕਸ਼ਨ ਹੈ ਉਹਦੇ ਥੱਲੇ ਅਸੀਂ ਲਾਈਨ ਲਗਾਉਣੀ ਹੈ, ਠੀਕ ਹੈ। ਹਾਂਜੀ, ਅਗਲਾ ਹੈ ਜੀ मोंटू कांट गो टू स्कूल, ये जो है एक सेंटेंस है भी मोंटू जो है वो स्कूल नहीं जा सकता बिकॉज ही इज़ इल, ही इज़ इल दूजा सेंटेंस है भी वो जो है बीमार है, तो मोंटू कांट गो टू स्कूल ये जो है पहला सेंटेंस है, तो दो सेंटेंसिस ਨੂੰ ਜੁਆਇਨ ਕਿਹੜਾ ਕਰ ਰਿਹਾ ਹੈ बिकॉज, बिकॉज ਦਾ मीनिंग ਕੀ ਹੁੰਦਾ है क्योंकि, मोंटू जो है वो स्कूल नहीं जा सकता क्योंकि वो जो है बीमार है। सिक्स्थ है जी मैन प्रपोजेस बट गॉड डिस्पोजेस, इत्थे मैन प्रपोजेस एक सेंटेंस है, गॉड डिस्पोजेस दूजा सेंटेंस है, तो इन्हां दोवां नूं जॉइन कर रहा है बट यानी कि पर, ठीक है, तो ये जो है कंजंक्शन है बट। नेक्स्ट है रन फास्ट और यू विल मिस द ट्रेन, भी तेज भज्जो और मीनस भी जा, ठीक है, भी अगर तुसी तेज नहीं भजदे हो तो तुहाडी जो ट्रेन है वो मिस हो जाएगी, तेज भजो नहीं तो तुहाडी जो ट्रेन है वो मिस हो जाऊगी। इत्थे जो है रन फास्ट एक सेंटेंस है और यू विल मिस द ट्रेन दूजा सेंटेंस है, इन्होंने जॉइन कर रहा है और यानी कि जा, भी तेज भजो नहीं तो तुहाडी जो ट्रेन है वो मिस हो जाऊगी। अगला है जी ही इज़ वीक स्टिल ही इज़ डूइंग वेल, ही इज़ वीक ये जो है एक सेंटेंस है, तो ही इज़ डूइंग वेल ये दूजा सेंटेंस है, दो सेंटेंसेस ਨੂੰ ਜੁਆਇਨ ਕਰ ਰਿਹਾ ਹੈ स्टिल, स्टिल ਦਾ मीनिंग ਹੁੰਦਾ है जद तक, नहीं स्टिल ਦਾ मीनिंग ਹੁੰਦਾ है अजय भी, ठीक है। ही इज़ वीक भी वो जो है कमज़ोर है, स्टिल भी हाले भी वो जो है ही इज़ डूइंग वेल, ही इज़ डूइंग वेल ਦਾ मीनिंग ये है भी वो जो है चंगा कर रहा है, ही इज़ वीक भी वो जो है कमज़ोर है, स्टिल भी हाले भी ही इज़ डूइंग वेल भी वो जो है चंगा कर रहा है। तो इत्थे ही इज़ वीक ते ही इज़ डूइंग वेल नूं जॉइन कर रहा है, जोड़ रहा है स्टिल, तो स्टिल जो है इत्थे कंजंक्शन है, जॉइनिंग वर्ड है। हाँ जी, नेक्स्ट है जी वी ईट सो दैट वी कैन स्टे हेल्दी, असी खाते हाँ, ठीक है, ईट मीनस खाना, तो सो दैट का मीनिंग होंदा है जी ताकि, ठीक है, वी कैन स्टे हेल्दी भी असी खाते हाँ ताकि असी जो है सेहतमंद रह सकीए, स्टे होंदा है रहना, तो हेल्दी यानी कि सेहतमंद, तो इत्थे वी ईट एक सेंटेंस है, वी कैन स्टे हेल्दी दूजा सेंटेंस है, इन्हां दोवां नूं जॉइन कर रहा है सो दैट, तो तां करके ये जो है एक कंजंक्शन है, जॉइनिंग वर्ड है। नेक्स्ट है जी दे आर प्लेइंग एंड शाउटिंग, दे आर प्लेइंग भी वो जो है खेलते पे हैं, शाउटिंग मीन्स चीकना थोड़ा चिल्लाना, ठीक है, भी वो खेल भी रहे हैं तो नाल चिल्ला भी रहे हैं, तो इत्थे जो प्लेइंग है तो शाउटिंग है इन्हां नूं जॉइन कर रहा है दो वर्ड्स नूं एंड, दे आर प्लेइंग एंड शाउटिंग भी वो जो है खेलते पे हैं अते चिल्ला रहे हैं यानी कि चीक रहे हैं।
ਇੱਥੇ ਐਂਡ ਜੋ ਹੈ ਉਹ ਤੁਹਾਡਾ ਕੰਜੰਕਸ਼ਨ ਹੈ, ਜੁਆਇਨਿੰਗ ਵਰਡ ਹੈ। ਨੈਕਸਟ ਹੈ ਜੀ ਫਿਲ ਇਨ ਦਾ ਬਲੈਂਕਸ ਵਿਦ ਦਾ ਕੰਜੰਕਸ਼ਨਸ ਗਿਵਨ ਇਨ ਦਾ ਬਾਕਸ। ਸਾਨੂੰ ਹੁਣ ਕੁਝ ਕੰਜੰਕਸ਼ਨਸ ਦਿੱਤੀਆਂ ਗਈਆਂ ਨੇ ਬਾਕਸ ਦੇ ਵਿੱਚ ਤੇ ਅਸੀਂ ਜੋ ਹੈ ਉਹਨਾਂ ਨੂੰ ਫਿਲ ਕਰਨਾ ਹੈ। ਫਰਸਟ ਹੈ ਜੀ ਆਈ ਹੈਵ ਟੂ ਕਾਊਸ ਐਂਡ ਆ ਗੋਟ। ਠੀਕ ਹੈ ਵੀ ਮੇਰੇ ਕੋਲ ਦੋ ਜੋ ਹੈ ਉਹ ਗਾਵਾਂ ਤੇ ਇੱਕ ਬੱਕਰੀ ਹੈ। ਇੱਥੇ ਜੋ ਹੈ ਅਸੀਂ ਯੂਜ਼ ਕਰਾਂਗੇ, ਦੇਖੋ ਇੱਥੇ ਕੀ ਆਏਗਾ, ਦੇਖੋ ਆਈ ਹੈਵ ਟੂ ਕਾਊਸ ਡੈਸ਼ ਏ ਗੋਟ ਵੀ ਮੇਰੇ ਕੋਲ ਦੋ ਗਾਵਾਂ ਅਤੇ ਇੱਕ ਬੱਕਰੀ ਹੈ। ਅਤੇ ਦਾ ਮੀਨਿੰਗ ਕੀ ਹੁੰਦਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਐਂਡ। ਠੀਕ ਹੈ, ਤਾਂ ਇੱਥੇ ਕੰਜੰਕਸ਼ਨ ਕਿਹੜੀ ਆਏਗੀ, ਐਂਡ। ਆਈ ਹੈਵ ਟੂ ਕਾਊਸ ਐਂਡ ਏ ਗੋਟ। ਸੈਕਿੰਡ ਹੈ ਜੀ ਆਈ ਵਾਂਟ ਟੂ ਥੈਂਕ ਹਰ ਡੈਸ਼ ਦਾ ਬਿਊਟੀਫੁਲ ਗਿਫਟ। ਮੈਂ ਉਸਨੂੰ ਥੈਂਕ ਕਰਨਾ ਚਾਹੁੰਦਾ ਹਾਂ ਬਿਊਟੀਫੁਲ ਗਿਫਟ ਵਾਸਤੇ। ਤਾਂ ਇੱਥੇ ਜੋ ਹੈ ਬੱਚਿਓ 4 ਆਏਗਾ। 4 ਦਾ ਮੀਨਿੰਗ ਹੁੰਦਾ ਹੈ ਲਈ, ਵੀ ਮੈਂ ਉਸਨੂੰ ਥੈਂਕ ਕਰਨਾ ਚਾਹੁੰਦਾ ਹਾਂ ਬਿਊਟੀਫੁਲ ਗਿਫਟ ਦੇ ਲਈ ਜਾਂ ਫਿਰ ਦੇ ਵਾਸਤੇ। ਤਾਂ 4 ਜੋ ਹੈ ਉਹ ਲਈ ਜਾਂ ਫਿਰ ਦੇ ਵਾਸਤੇ ਜੋ ਹੈ ਅਸੀਂ ਲਿਖਦੇ ਹੁੰਦੇ ਹਾਂ, ਰਿਪਰੈਜ਼ੈਂਟ ਕਰਦੇ ਹੁੰਦੇ ਹਾਂ। ਇੱਥੇ ਕੰਜੰਕਸ਼ਨ 4 ਆਊਗੀ। ਠੀਕ ਹੈ, ਰੇਨੂ ਇਜ਼ ਟੋਲ ਡੈਸ਼ ਹਰ ਸਿਸਟਰ ਇਜ਼ ਸ਼ੋਰਟ। ਜੋ ਰੇਨੂ ਹੈ ਉਹ ਲੰਬੀ ਹੈ ਪਰ ਉਸਦੀ ਸਿਸਟਰ ਜੋ ਹੈ ਉਹ ਛੋਟੀ ਹੈ। ਠੀਕ ਹੈ, ਪਰ ਮੀਨਸ ਕਿ ਬਟ ਅਸੀਂ ਇੱਥੇ BUT ਜੋ ਕੰਜੰਕਸ਼ਨ ਹੈ ਬਟ ਉਸਦਾ ਜੋ ਹੈ ਯੂਜ਼ ਕਰਾਂਗੇ। ਹੀ ਵੈਂਟ ਟੂ ਦਾ ਡਾਕਟਰ ਬਿਕੋਜ਼ ਹੀ ਵਾਜ਼ ਸਿਕ। ਹੀ ਵੈਂਟ ਟੂ ਦਾ ਡਾਕਟਰ ਵੀ ਉਹ ਜੋ ਹੈ ਡਾਕਟਰ ਕੋਲ ਜੋ ਹੈ ਗਿਆ ਬਿਕੋਜ਼ ਹੀ ਵਾਜ਼ ਸਿਕ, ਕਿਉਂਕਿ ਉਹ ਜੋ ਹੈ ਬਿਮਾਰ ਸੀ। ਠੀਕ ਹੈ, ਬਿਕੋਜ਼ ਇੱਥੇ ਕਿਉਂਕਿ ਮੀਨਸ ਬਿਕੋਜ਼, ਤਾਂ ਇੱਥੇ ਅਸੀਂ ਕੰਜੰਕਸ਼ਨ ਯੂਜ਼ ਕਰਾਂਗੇ ਬਿਕੋਜ਼। ਵੇਟ ਹੇਅਰ ਇੱਥੇ ਇੰਤਜ਼ਾਰ ਕਰੋ ਡੈਸ਼ ਆਈ ਗੈਟ ਬੈਕ ਜਦ ਤੱਕ ਮੈਂ ਆ ਨਹੀਂ ਜਾਂਦਾ। ਠੀਕ ਹੈ, ਵੇਟ ਹੇਅਰ ਮੀਨਸ ਇੱਥੇ ਇੰਤਜ਼ਾਰ ਕਰੋ, ਅੰਟਿਲ ਹੁੰਦਾ ਹੈ ਜਦ ਤੱਕ, ਆਈ ਗੈਟ ਬੈਕ ਮੀਨਸ ਕਿ ਜਦ ਤੱਕ ਮੈਂ ਵਾਪਿਸ ਨਹੀਂ ਆ ਜਾਂਦਾ। ਨੈਕਸਟ ਹੈ ਜੀ ਹੀ ਇਜ਼ ਰਿਚ ਐਜ਼ ਵੈਲ ਐਜ਼ ਓਨੈਸਟ। ਵੀ ਜੋ ਹੀ ਇਜ਼ ਰਿਚ, ਹੀ ਮੀਨਸ ਵੀ ਉਹ ਅਮੀਰ ਵੀ ਹੈ ਤੇ ਇਮਾਨਦਾਰ ਵੀ ਹੈ। ਠੀਕ ਹੈ, ਹੀ ਇਜ਼ ਰਿਚ, ਦੇਖੋ ਇੱਥੇ ਅਮੀਰ ਅਤੇ ਇਮਾਨਦਾਰ, ਅਸੀਂ ਦੋ ਵਰਡਸ ਨੂੰ ਜੁਆਇਨ ਕਰਨਾ ਹੈ ਤਾਂ ਅਸੀਂ ਯੂਜ਼ ਕਰਾਂਗੇ ਐਜ਼ ਵੈਲ ਐਜ਼। ਹੀ ਇਜ਼ ਰਿਚ ਐਜ਼ ਵੈਲ ਐਜ਼ ਓਨੈਸਟ। ਨੈਕਸਟ ਹੈ ਦ ਗਰਲ ਹੈਜ਼ ਲੋਸਟ ਹਰ ਬੁੱਕ ਸੋ ਸ਼ੀ ਇਜ਼ ਕ੍ਰਾਈੰਗ। ਵੀ ਜੋ ਕੁੜੀ ਹੈ ਉਸਦੀ ਕਿਤਾਬ ਉਹ ਜੋ ਹੈ ਖੋ ਗਈ ਸੀ ਤੇ ਤਾਂ ਕਰਕੇ ਉਹ ਜੋ ਹੈ ਰੋ ਰਹੀ ਸੀ। ਕ੍ਰਾਈੰਗ ਮੀਨਸ ਰੋਣਾ। ਤੇ ਦ ਗਰਲ ਹੈਜ਼ ਲੋਸਟ ਹਰ ਬੁੱਕ ਵੀ ਜੋ ਕੁੜੀ ਹੈ ਉਸਦੀ ਕਿਤਾਬ ਜੋ ਹੈ ਉਹ ਖੋ ਗਈ ਸੀ ਤਾਂ ਕਰਕੇ। ਠੀਕ ਹੈ, ਜੋ ਇਹ ਸੋ ਹੈ ਉਸਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਤਾਂ ਕਰਕੇ। ਠੀਕ ਹੈ, ਤਾਂ ਕਰਕੇ ਜੋ ਕੁੜੀ ਹੈ ਸ਼ੀ ਇਜ਼ ਕ੍ਰਾਈੰਗ ਵੀ ਉਹ ਜੋ ਕੁੜੀ ਹੈ ਉਹ ਜੋ ਹੈ ਰੋ ਰਹੀ ਸੀ। ਨੈਕਸਟ ਹੈ ਯੂ ਵਿਲ ਨੋਟ ਸਕੋਰ ਗੁੱਡ ਮਾਰਕਸ। You will not score good marks unless you work hard। unless ਜੋ ਹੈ ਇਹ ਵੀ ਜੋ ਹੈ ਜਦ ਤੱਕ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ। unless ਨੂੰ ਅਸੀਂ ਪੰਜਾਬੀ ਦੇ ਵਿੱਚ ਜਦ ਤੱਕ ਹੀ ਕਹਿੰਦੇ ਹਾਂ। ਠੀਕ ਹੈ, ਵੀ ਤੁਸੀਂ ਜੋ ਹੈ ਚੰਗੇ ਮਾਰਕਸ ਜੋ ਹੈ ਸਕੋਰ ਨਹੀਂ ਕਰੋਗੇ unless ਯਾਨੀ ਕਿ ਜਦ ਤੱਕ you work hard ਵੀ ਜਦ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ। ਨੈਕਸਟ ਹੈ ਹੀ ਇਜ਼ ਪੂਅਰ ਡੈਸ਼ ਹੀ ਇਜ਼ ਹੈਪੀ। ਹੀ ਇਜ਼ ਪੂਅਰ ਵੀ ਉਹ ਜੋ ਹੈ ਗਰੀਬ ਹੈ ਸਟਿਲ ਮੀਨਸ ਹਾਲੇ ਵੀ, ਸਟਿਲ ਹੀ ਇਜ਼ ਹੈਪੀ। ਹੀ ਇਜ਼ ਪੂਅਰ ਪਰ ਮਤਲਬ ਇਸ ਨੂੰ ਇੱਦਾਂ ਸਮਝ ਸਕਦੇ ਹਾਂ ਵੀ ਹੀ ਇਜ਼ ਪੂਅਰ ਵੀ ਉਹ ਗਰੀਬ ਹੈ ਪਰ ਹਾਲੇ ਵੀ ਉਹ ਜੋ ਹੈ ਖੁਸ਼ ਹੈ। ਠੀਕ ਹੈ, ਵੀ ਉਹ ਗਰੀਬ ਹੈ ਪਰ ਹਾਲੇ ਵੀ ਉਹ ਜੋ ਹੈ ਖੁਸ਼ ਹੈ। ਹੀ ਇਜ਼ ਪੂਅਰ ਸਟਿਲ ਹੀ ਇਜ਼ ਹੈਪੀ ਵੀ ਉਹ ਗਰੀਬ ਹੈ ਪਰ ਹਾਲੇ ਵੀ ਉਹ ਜੋ ਹੈ ਖੁਸ਼ ਹੈ। ਵਿਲ ਯੂ ਟੇਕ ਟੀ ਔਰ ਕੌਫੀ। ਇਹ ਜੋ ਹੈ ਇੱਕ ਤਰ੍ਹਾਂ ਦਾ ਕੁਐਸਚਨ ਪੁੱਛਿਆ ਗਿਆ ਹੈ ਵੀ ਤੁਸੀਂ ਚਾਹ ਲਓਗੇ ਜਾਂ ਕੌਫੀ ਲਓਗੇ। ਵਿਲ ਯੂ ਟੇਕ ਟੀ ਔਰ ਕੌਫੀ ਵੀ ਤੁਸੀਂ ਚਾਹ ਲਓਗੇ ਜਾਂ ਕੌਫੀ ਲਓਗੇ। ਠੀਕ ਹੈ, ਵੀ ਜਦੋਂ ਸਾਨੂੰ ਕੋਈ ਆਪਸ਼ਨ ਦੇਣਾ ਹੁੰਦਾ ਹੈ ਵੀ ਚਾਹ ਜਾਂ ਕੌਫੀ। ਠੀਕ ਹੈ, ਚਾਹ ਜਾਂ ਜੋ ਇਹ ਔਰ ਹੈ ਨਾ OR ਇਹ ਜਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਪੰਜਾਬੀ ਦੇ ਵਿੱਚ। ਔਰ ਨੂੰ ਅਸੀਂ ਕਹਿੰਦੇ ਹਾਂ ਜਾਂ, ਵੀ ਸਾਡੇ ਕੋਲ ਕੋਈ ਚੋਇਸ ਹੈ, ਕੋਈ ਆਪਸ਼ਨ ਹੈ। ਵਿਲ ਯੂ ਟੇਕ ਟੀ ਔਰ ਕੌਫੀ ਵੀ ਤੁਸੀਂ ਚਾਹ ਲਓਗੇ ਜਾਂ ਕੌਫੀ ਲਓਗੇ।
ਨੈਕਸਟ ਹੈ ਜੀ, ਰੀਡ ਦ ਅੰਡਰਲਾਈਨਡ ਵਰਡਸ ਐਂਡ ਪੁੱਟ them ਇਨ देयर ਰਿਸਪੈਕਟਿਵ ਕੋਲਮ। ਸਾਨੂੰ ਜੋ ਹੈ ਨੀਚੇ ਕੁਝ ਵਰਡਸ ਕਹਿ ਲਈਏ ਜਾਂ ਕੁਝ ਸੈਂਟੈਂसेस ਲਿਖ ਕੇ ਦਿੱਤੇ ਗਏ ਹੈ ਤੇ ਇਹਨਾਂ ਸੈਂਟੈਂसेस ਦੇ ਵਿੱਚ ਕੁਝ ਵਰਡਸ ਅੰਡਰਲਾਈਨਡ ਹੈ ਵੀ ਵਰਡਸ ਦੇ ਥੱਲੇ ਜੋ ਹੈ ਲਾਈਨ ਲਗਾਈ ਗਈ ਹੈ। ਸਾਨੂੰ ਇਹਨਾਂ ਵਰਡਸ ਨੂੰ ਜੋ ਅੰਡਰਲਾਈਨਡ ਹੈ ਜਿਨ੍ਹਾਂ ਦੇ ਥੱਲੇ ਲਾਈਨ ਲਗਾਈ ਗਈ ਹੈ ਉਹਨਾਂ ਨੂੰ ਅਸੀਂ ਨੀਚੇ ਜੋ ਹੈ ਇਸ ਟੇਬਲ ਦੇ ਵਿੱਚ ਜੋ ਹੈ ਰੱਖਣਾ ਹੈ ਤੇ ਕਿੱਦਾਂ ਰੱਖਣਾ ਹੈ ਪਹਿਲਾਂ ਉਹ ਸਮਝ ਲੈਂਦੇ ਹਾਂ। ਇਹਨਾਂ ਨੇ ਸਾਨੂੰ ਨਾਊਨ, ਪ੍ਰਨਾਊਨ, ਵਰਬ, ਐਡਜੈਕਟਿਵ ਤੇ ਐਡਵਰਬ ਇਹਨਾਂ ਕੈਟੇਗਰੀਜ਼ ਦੇ ਵਿੱਚ ਰੱਖਣ ਨੂੰ ਕਿਹਾ ਹੈ ਤੇ ਕਿੱਦਾਂ ਰੱਖਣਾ ਹੈ ਸਮਝ ਲੈਂਦੇ ਹਾਂ। ਦੇਖੋ ਪਹਿਲਾਂ ਅਸੀਂ ਜੋ ਇਹ ਲਿਖਿਆ ਗਿਆ ਹੈ ਇਸ ਨੂੰ ਰੀਡ ਕਰ ਲੈਂਦੇ ਹਾਂ। ਆਈ ਹੈਵ ਅ ਬਿਊਟੀਫੁਲ ਡੋਲ, ਵੀ ਮੇਰੇ ਕੋਲ ਜੋ ਹੈ ਇੱਕ ਸੋਹਣੀ ਜੋ ਹੈ ਉਹ ਡੋਲ ਹੈ। ਮੇਰੇ ਕੋਲ ਇੱਕ ਸੋਹਣੀ ਜੋ ਹੈ ਉਹ ਡੋਲ ਹੈ। ਆਈ ਕੋਲ ਇਟ ਫੇਰੀ, ਵੀ ਉਸਦਾ ਮੈਂ ਜੋ ਹੈ ਉਸਨੂੰ ਜੋ ਹੈ ਫੇਰੀ ਬੁਲਾਉਂਦੀ ਹਾਂ। ਠੀਕ ਹੈ, ਇਹ ਜੋ ਹੈ ਮਤਲਬ ਕੋਈ ਲੜਕੀ ਹੈ ਤੇ ਮੇਲ ਹੈ ਜਾਂ ਫੀਮੇਲ ਹੈ, ਬॉय ਹੈ ਜਾਂ ਗਰਲ ਹੈ, ਇਹ ਡਿਫਾਈਨ ਤਾਂ ਨਹੀਂ ਹੈ ਤਾਂ ਚਲੋ ਮੈਂ ਇਸ ਨੂੰ ਐਜ਼ ਅ ਮੇਲ ਹੀ ਕਾਊਂਟ ਕਰ ਲੈਂਦਾ ਹਾਂ, ਮਤਲਬ ਮੁੰਡਾ ਹੀ ਕਾਊਂਟ ਕਰ ਲੈਂਦਾ ਹਾਂ। ਹਾਂਜੀ, ਆਈ ਹੈਵ ਏ ਬਿਊਟੀਫੁਲ ਡੋਲ, ਵੀ ਮੇਰੇ ਕੋਲ ਜੋ ਹੈ ਇੱਕ ਬਿਊਟੀਫੁਲ ਡੋਲ ਹੈ ਯਾਨੀ ਕਿ ਸੋਹਣੀ ਡੋਲ ਹੈ। ਆਈ ਕੋਲ ਇਟ ਫੇਰੀ, ਵੀ ਮੈਂ ਜੋ ਹੈ ਉਸਨੂੰ ਜੋ ਹੈ ਫੇਰੀ ਬੁਲਾਉਂਦਾ ਹਾਂ। ਇਟ ਹੈਜ਼ ਬਲੂ ਆਈਜ਼, ਵੀ ਇਸ ਦੀਆਂ ਜੋ ਅੱਖਾਂ ਨੇ ਯਾਨੀ ਕਿ ਡੋਲ ਦੀਆਂ ਉਹ ਜੋ ਹੈ ਬਲੂ ਯਾਨੀ ਕਿ ਨੀਲੀਆਂ ਨੇ। ਵੀਪਨ, ਠੀਕ ਹੈ, ਵੀਪਨ ਮਾਈ ਬ੍ਰਦਰ ਹੈਜ਼ ਬੋਟ ਇਟ ਫॉर ਮੀ ਫਰੋਮ ਚੰਡੀਗੜ੍ਹ। ਬੋਟ ਦਾ ਮੀਨਿੰਗ ਹੁੰਦਾ ਹੈ ਖਰੀਦਣਾ। ਵੀਪਨ ਇੱਥੇ ਜੋ ਹੈ ਉਸਦਾ ਭਰਾ ਹੈ ਜੋ ਕਿ ਆਪਣਾ ਇਹ ਮਤਲਬ ਦੱਸ ਰਹੀ ਹੈ ਇੱਕ ਬਿਊਟੀਫੁਲ ਡੋਲ ਵਾਲੀ ਕਹਾਣੀ। ਹਾਂਜੀ, ਵੀਪਨ ਮਾਈ ਬ੍ਰਦਰ, ਵੀ ਵੀਪਨ मेरा जो ब्रदर है यानी कि मेरा जो भरा है, हैज़ बोट इट, उसने खरीदी, मतलब ये जो डोल है मेरे वास्ते खरीदी है तो कित्थों दी खरीदी है, फ्रॉम चंडीगढ़, चंडीगढ़ तो। माई फैमिली आल्सो लाइक्स इट वेरी मच, मेरे परिवार वाले भी जो है इसनों यानी कि डोल नूं काफ़ी ज़्यादा जो है पसंद करते हैं। लाइक्स का मीनिंग होता है पसंद करना। आई प्ले विद इट, प्ले होंदा है खेडना, ਤਾਂ आई प्ले विद इट यानी कि मैं जो है इस दे नाल यानी कि डोल दे नाल जो है खेडदा हाँ ਜਾਂ खेडदा हैगी हाँ, जो भी है ये मेल है या फीमेल है जो भी है। ਹਾਂਜੀ, ਹੁਣ ਇਹ ਤਾਂ ਅਸੀਂ ਰੀਡ ਕਰ ਲਿਆ ਹੈ। ਹੁਣ ਨੀਚੇ ਜੋ ਇਹ ਨਾਊਨ, ਪ੍ਰਨਾਊਨ, ਵਰਬ, ਐਡਜੈਕਟਿਵ, ਐਡਵਰਬ ਦੇ ਰੱਖਿਆ ਹੈ ਇਸ ਨੂੰ ਸਮਝਣਾ ਵੀ ਇਹ ਕਿਸ ਤਰ੍ਹਾਂ ਜੋ ਹੈ ਅਸੀਂ ਇਹਨਾਂ ਨੂੰ ਜੋ ਹੈ ਫਿਲ ਕਰਨਾ ਹੈ। ਹੁਣ ਇਹਨਾਂ ਨੇ ਸਾਨੂੰ ਫਰਸਟ ਲਿਖ ਕੇ ਦੇ ਰੱਖਿਆ ਹੈ, ਆਈ ਕੋਮ ਇਟਸ ਹੇਅਰ ਵੈਰੀ ਸੌਫਟਲੀ। ਠੀਕ ਹੈ, ਆਈ ਕੋਮ ਇਟਸ ਹੇਅਰ ਵੈਰੀ ਸੌਫਟਲੀ। ਕੋਮ ਹੁੰਦਾ ਹੈ ਕੰਗੀ ਕਰਨਾ, ਹੇਅਰ यानी कि ਵਾਲ। ਠੀਕ ਹੈ, ਸੌਫਟਲੀ यानी कि मतलब ਆਰਾਮ ਦੇ ਨਾਲ, ਮੁਲਾਇਮ ਤਰੀਕੇ ਦੇ ਨਾਲ, यानी कि ਸੌਫਟਲੀ यानी कि ਆਰਾਮ ਦੇ ਨਾਲ ਜੋ ਹੈ ਕੰਗੀ ਕਰਨਾ। ਠੀਕ ਹੈ, ਵੀ ਇਹ ਜੋ ਕਰੈਕਟਰ ਹੈ ਜੋ ਡੋਲ ਬਾਰੇ ਦੱਸ ਰਿਹਾ ਸੀ ਉਹ ਇਹ ਕਹਿ ਰਿਹਾ ਹੈ ਵੀ ਮੈਂ ਜੋ ਹੈ ਇਸ ਡੋਲ ਨੂੰ ਜੋ ਹੈ ਕੰਗੀ ਕਰਦਾ ਹਾਂ ਸੌਫਟਲੀ यानी कि ਆਰਾਮ ਦੇ ਨਾਲ। ਹਾਂਜੀ, ਹੁਣ ਮੇਨ ਇਹ ਚੀਜ਼ ਹੈ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਜੋ ਅੰਡਰਲਾਈਨਡ ਵਰਡਸ ਹੈ, ਜਿਨ੍ਹਾਂ ਵਰਡਸ ਦੇ ਥੱਲੇ ਜੋ ਹੈ ਲਾਈਨ ਲੱਗੀ ਹੋਈ ਹੈ ਉਹਨਾਂ ਵਰਡਸ ਨੂੰ ਅਸੀਂ ਨਾਊਨ, ਪ੍ਰਨਾਊਨ, ਵਰਬ, ਐਡਜੈਕਟਿਵ ਤੇ ਐਡਵਰਬ ਇਹਨਾਂ ਦੇ ਵਿੱਚ ਲਿਖਣਾ ਹੈ। ਹੁਣ ਪਹਿਲਾਂ ਇਹ ਸਮਝ ਲੈਂਦੇ ਹਾਂ ਨਾਊਨ ਕੀ ਹੁੰਦਾ ਹੈ। ਨਾਊਨ ਮੈਂ ਪਹਿਲਾਂ ਵੀ ਦੱਸਿਆ ਹੈ ਵੀ ਇੱਦਾਂ ਦੇ ਵਰਡਸ ਜੋ ਕਿਸੇ ਵਿਅਕਤੀ ਯਾਨੀ ਕਿ ਕਿਸੇ ਬੰਦੇ ਵਾਸਤੇ, ਕਿਸੇ ਥਾਂ ਯਾਨੀ ਕਿ ਪਲੇਸ ਵਾਸਤੇ, ਕਿਸੇ ਐਨੀਮਲ ਯਾਨੀ ਕਿ ਜਾਨਵਰ ਵਾਸਤੇ ਜਾਂ ਕਿਸੇ ਚੀਜ਼ ਵਾਸਤੇ, ਚੀਜ਼ ਯਾਨੀ ਕਿ ਥਿੰਗ ਵਾਸਤੇ, ਠੀਕ ਹੈ, ਯੂਜ਼ ਕੀਤੇ ਜਾਂਦੇ ਹੈ ਉਹਨਾਂ ਵਰਡਸ ਨੂੰ ਅਸੀਂ ਨਾਊਨ ਕਹਿੰਦੇ ਹਾਂ। ਠੀਕ ਹੈ, ਹੁਣ ਪਹਿਲਾਂ ਨਾਊਨ ਦੇਖ ਲੈਂਦੇ ਹਾਂ ਵੀ ਇੱਥੇ ਕਿਹੜੇ ਕਿਹੜੇ ਨਾਊਨਸ ਹੈ। ਦੇਖੋ ਇੱਕ ਤਾਂ ਮੈਂ ਹੇਅਰ ਲਿਖਿਆ ਹੈ, ਇੱਕ ਡੋਲ ਲਿਖਿਆ ਹੈ, ਇੱਕ ਫੇਰੀ ਲਿਖਿਆ ਹੈ, ਆਈਜ਼, ਵੀਪਨ, ਬ੍ਰਦਰ, ਚੰਡੀਗੜ੍ਹ, ਫੈਮਿਲੀ। ਇਹਨਾਂ ਨੂੰ ਸਮਝ ਲੈਂਦੇ ਹਾਂ। ਦੇਖੋ ਹੇਅਰ ਕੀ ਹੈ, ਸਾਡਾ ਜੋ ਸਰੀਰ ਹੈ, ਸਾਡੀ ਜੋ ਬੋਡੀ ਹੈ, ਇਸ ਦਾ ਇੱਕ ਹਿੱਸਾ ਨੇ, ਇੱਕ ਮਤਲਬ ਪਾਰਟ ਹੈ ਹੇਅਰ यानी कि जो वाल है। ठीक है, जो केस हैं साढ़े वो जो है साढ़े शरीर का एक हिस्सा ने, एक हिस्से का नाम है। ठीक है, तो ये जो हेयर है वो जो साड़ी बॉडी है, बॉडी पार्ट्स का एक नाम है। ठीक है, साढ़े शरीर का एक हिस्सा है। तो इदां दे वर्ड्स नूं असी नाउन की कैटेगरी दे विच रखते हाँ।
ਕੋਈ ਵੀ ਚੀਜ਼ ਦਾ ਨਾਂ ਹੈ, ਠੀਕ ਹੈ, ਉਸਨੂੰ ਅਸੀਂ ਨਾउन ਕਹਿੰਦੇ ਹਾਂ, ਠੀਕ ਹੈ। ਤਾਂ ਇੱਥੇ ਜੋ ਸਾਡਾ ਹਿਊਮਨ ਬੋਡੀ ਹੈ ਉਸਦਾ ਇੱਕ ਪਾਰਟ ਹੈ, ਇੱਕ ਹਿੱਸਾ ਹੈ ਹੇਅਰਸ ਯਾਨੀ ਕਿ ਵਾਲ, ਤਾਂ ਇਸ ਕਰਕੇ ਇਹ ਜੋ ਹੈ ਨਾउन ਹੈ। ਨੈਕਸਟ ਹੈ ਜੀ ਡੋਲ। ਡੋਲ ਯਾਨੀ ਕਿ ਗੁੜੀਆ, ਠੀਕ ਹੈ। ਤਾਂ ਹੁਣ ਡੋਲ ਜੋ ਹੈ ਉਹ ਵੀ ਜੋ ਹੈ ਇੱਕ ਮਤਲਬ ਇੱਕ ਥਿੰਗ ਹੈ, ਥਿੰਗ ਯਾਨੀ ਕਿ ਇੱਕ ਚੀਜ਼ ਦਾ ਨਾਂ ਹੈ। ਤਾਂ ਕਿਸੇ ਵੀ ਚੀਜ਼ ਦਾ ਅਗਰ ਨਾਂ ਅਗਰ ਅਸੀਂ ਲਿਖਣਾ ਹੈ ਤਾਂ ਉਸਨੂੰ ਅਸੀਂ ਨਾउन ਕਹਿੰਦੇ ਹਾਂ, ਅਤੇ ਇਹੀ ਰੀਜ਼ਨ ਹੈ ਕਿ ਜੋ ਡੋਲ ਹੈ ਉਹ ਨਾउन ਹੈ। ਅਤੇ ਫਿਰ ਫੇਰੀ ਜੋ ਹੈ ਉਸਦਾ ਇੱਕ ਖਾਸ ਨਾਂ ਦੇ ਰੱਖਿਆ ਹੈ। ਇਸਨੂੰ ਅਸੀਂ ਇੱਕ ਤਰ੍ਹਾਂ ਦਾ ਮਤਲਬ ਇਹ ਕਹਿ ਸਕਦੇ ਹਾਂ ਵੀ ਜੋ ਡੋਲ ਹੈ ਉਸਦਾ ਇੱਕ ਖਾਸ ਨਾਮ ਦੇ ਰੱਖਿਆ ਹੈ, ਖਾਸ ਨਾਂ ਦੇ ਰੱਖਿਆ ਹੈ, ਉਹ ਹੈ ਫੇਰੀ। ਡੋਲ ਦਾ ਖਾਸ ਨਾਂ ਹੈ ਫੇਰੀ, ਅਤੇ ਤਾਂ ਕਰਕੇ ਜੋ ਫੇਰੀ ਹੈ ਉਹ ਵੀ ਜੋ ਹੈ ਨਾउन ਹੈ। ਫਿਰ ਆਈਜ਼ ਨੇ। ਆਈਜ਼ ਵੀ ਸਾਡੀ ਜੋ ਬੋਡੀ ਹੈ, ਠੀਕ ਹੈ, ਸਾਡਾ ਜੋ ਸਰੀਰ ਹੈ, ਸਾਡਾ ਜੋ ਸਰੀਰ ਹੈ ਉਸਦਾ ਇੱਕ ਹਿੱਸਾ ਨੇ, ਇੱਕ ਪਾਰਟ ਹੈ। ਮਤਲਬ ਸਾਡੇ ਜੋ ਬੋਡੀ ਦੇ ਜੋ ਪਾਰਟਸ ਨੇ ਉਹਨਾਂ ਪਾਰਟਸ ਦੇ ਵਿੱਚੋਂ ਇੱਕ ਪਾਰਟ ਦਾ ਨਾਂ ਆਈਜ਼ ਹੈ, ਠੀਕ ਹੈ। ਵੀ ਸਾਡੇ ਸਰੀਰ ਦੇ ਜੋ ਹਿੱਸੇ ਨੇ ਉਹਨਾਂ ਹਿੱਸੇ ਦੇ ਵਿੱਚੋਂ ਇੱਕ ਜੋ ਹਿੱਸਾ ਹੈ ਉਸਦਾ ਨਾਮ ਆਈਜ਼ ਹੈ, ਅੱਖਾਂ ਹੈ। ਤਾਂ ਕਿਸੇ ਵੀ ਚੀਜ਼ ਦੇ ਨਾਂ ਨੂੰ ਅਸੀਂ ਜੋ ਹੈ ਨਾउन ਕਹਿੰਦੇ ਹਾਂ। ਹੁਣ ਅਗਲਾ ਹੈ ਵੀਪਨ। ਵੀਪਨ ਜੋ ਹੈ ਉਹ ਤਾਂ ਕਿਸੇ ਬੰਦੇ ਦਾ ਨਾਂ ਹੈ, ਤਾਂ ਨਾउन ਦੀ ਤਾਂ ਡੈਫੀਨੇਸ਼ਨ ਹੀ ਇਹ ਹੈ ਵੀ ਕਿਸੇ ਵਿਅਕਤੀ ਦੇ, ਬੰਦੇ ਦੇ ਨਾਂ ਨੂੰ ਅਸੀਂ ਜੋ ਹੈ ਨਾउन ਕਹਿੰਦੇ ਹਾਂ, ਠੀਕ ਹੈ। ਤਾਂ ਵੀਪਨ ਨੇ ਤਾਂ ਨਾउन ਦੀ ਕੈਟੇਗਰੀ ਦੇ ਵਿੱਚ ਆਉਣਾ ਹੀ ਆਉਣਾ ਹੈ। ਅਗਲਾ ਹੈ ਜੀ ਬ੍ਰਦਰ। ਬ੍ਰਦਰ ਜੋ ਹੈ ਦੇਖੋ, ਬ੍ਰਦਰ ਅਸੀਂ ਕਹਿੰਦੇ ਹਾਂ ਵੀਰੇ ਨੂੰ ਜਾਂ ਭਰਾ ਨੂੰ, ਠੀਕ ਹੈ। ਤਾਂ ਹੁਣ ਬ੍ਰਦਰ ਜੋ ਹੈ ਉਹ ਕਿਸੇ ਬੰਦੇ ਨੂੰ, ਕਿਸੇ ਵਿਅਕਤੀ ਨੂੰ ਹੀ ਦਰਸਾ ਰਿਹਾ ਹੈ, ਰਿਪਰੈਜ਼ੈਂਟ ਕਰ ਰਿਹਾ ਹੈ। ਅਤੇ ਅਗਰ ਅਸੀਂ ਕਿਸੇ ਬੰਦੇ ਨੂੰ ਜਾਂ ਕਿਸੇ ਵਿਅਕਤੀ ਨੂੰ ਦਰਸਾ ਰਹੇ ਹਾਂ ਤਾਂ ਉਹਦੇ ਬਾਅਦ ਉਸਨੂੰ ਜੋ ਹੈ ਅਸੀਂ ਨਾउन ਦੇ ਵਿੱਚ ਹੀ ਰੱਖਾਂਗੇ, ਠੀਕ ਹੈ, ਕਿਉਂਕਿ ਅਗਰ ਬੰਦੇ ਦੀ ਗੱਲ ਹੋ ਰਹੀ ਹੈ ਤਾਂ ਉਹ ਉਸਨੇ ਤਾਂ ਫਿਰ ਨਾउन ਦੇ ਵਿੱਚ ਹੀ ਜਾਣਾ ਹੈ। ਹਾਂਜੀ। ਅਗਲਾ ਹੈ ਜੀ ਚੰਡੀਗੜ੍ਹ। ਚੰਡੀਗੜ੍ਹ ਜੋ ਹੈ ਕਿਸੇ ਪਲੇਸ ਦਾ ਨਾਂ ਹੈ, ਪਲੇਸ ਯਾਨੀ ਕਿ ਕਿਸੇ ਥਾਂ ਦਾ ਨਾਂ ਹੈ। ਇਹ ਰੀਜ਼ਨ ਹੈ ਵੀ ਉਹ ਜੋ ਹੈ ਨਾउन ਦੇ ਵਿੱਚ ਰੱਖਿਆ ਗਿਆ ਹੈ। ਫੈਮਿਲੀ। ਫੈਮਿਲੀ ਕੀ ਹੈ, ਇਹ ਜੋ ਹੈ ਫੈਮਿਲੀ ਕਿਵੇਂ ਬਣਦੀ ਹੈ, ਅਗਰ ਕਈ ਸਾਰੇ ਬੰਦੇ ਜੋ ਹੈ ਇਕੱਠੇ ਹੋ ਕੇ ਉਹਨਾਂ ਦਾ ਜੋ ਇੱਕ ਗਰੁੱਪ ਹੁੰਦਾ ਹੈ, ਠੀਕ ਹੈ, ਗਰੁੱਪ ਆਫ ਮੈਂਬਰਸ, ਠੀਕ ਹੈ, ਆਫ ਰਿਲੇਟਿਵਸ ਕਹਿ ਸਕਦੇ ਹਾਂ ਇੱਦਾਂ। ਵੀ ਫੈਮਿਲੀ ਕੀ ਹੈ ਵੀ ਕਈ ਸਾਰੇ ਬੰਦੇ ਜੋ ਹੈ ਇਕੱਠੇ ਹੋ ਕੇ ਜਿਨ੍ਹਾਂ ਦੇ ਵਿੱਚ ਬਲੱਡ ਰਿਲੇਸ਼ਨ ਹੁੰਦਾ ਹੈ, ਠੀਕ ਹੈ, ਤਾਂ ਉਹ ਜੋ ਹੈ ਮਿਲ ਕੇ ਜੋ ਹੈ ਫੈਮਿਲੀ ਬਣਾਉਂਦੇ ਹੈ। ਇਟ ਮੀਨਸ ਵੀ ਫੈਮਿਲੀ ਦੀ ਜਦੋਂ ਅਸੀਂ ਗੱਲ ਕਰਾਂਗੇ ਇਟ ਮੀਨਸ ਅਸੀਂ ਕੁਝ ਇਨਸਾਨਾਂ ਦੀ, ਵਿਅਕਤੀਆਂ ਦੀ, ਬੰਦਿਆਂ ਦੀ ਗੱਲ ਕਰ ਰਹੇ ਹਾਂ। ਤਾਂ ਅਗਰ ਵਿਅਕਤੀ ਦੀ ਗੱਲ ਆਏਗੀ ਤਾਂ ਉਹ ਤਾਂ ਫਿਰ ਬੱਚਿਓ ਜੋ ਹੈ ਉਹ ਨਾउन ਦੇ ਨਾਲ ਹੀ ਅਸੀਂ ਉਸਨੂੰ ਜੋ ਹੈ ਰਿਪਰੈਜ਼ੈਂਟ ਕਰ ਸਕਦੇ ਹਾਂ, ਦਰਸਾ ਸਕਦੇ ਹਾਂ। ਤਾਂ ਇਹ ਰੀਜ਼ਨ ਹੈ ਵੀ ਜੋ ਫੈਮਿਲੀ ਹੈ ਉਹਦੇ ਵਿੱਚ ਕੁਝ ਬੰਦੇ ਆ ਜਾਂਦੇ ਹੈ, ਕੁਝ ਵਿਅਕਤੀ ਆ ਜਾਂਦੇ ਹੈ, ਅਤੇ ਉਹਨਾਂ ਦੇ ਕੁਝ ਨਾਮ ਵੀ ਹੋਣਗੇ, ਅਤੇ ਇਸ ਕਰਕੇ ਅਸੀਂ ਇਸਨੂੰ ਨਾउन ਦੇ ਵਿੱਚ ਰੱਖਿਆ ਹੈ। ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਤਾਂ ਜੋ ਇਹ ਡੋਲ ਹੈ, ਠੀਕ ਹੈ, ਇੱਕ ਫੇਰੀ ਹੋ ਗਿਆ, ਇਹ ਦੇਖੋ ਮੈਂ ਤੁਹਾਨੂੰ ਵਿਖਾ ਦਿੰਦਾ ਹਾਂ, ਇਹ ਡੋਲ ਹੋ ਗਿਆ, ਇਹ ਫੇਰੀ ਹੋ ਗਿਆ, ਇੱਦਾਂ ਹੀ ਆਈਜ਼ ਹੋ ਗਿਆ, ਫਿਰ ਇਹ ਵੀਪਨ ਹੋ ਗਿਆ, ਫਿਰ ਇਹ ਬ੍ਰਦਰ ਹੋ ਗਿਆ, ਠੀਕ ਹੈ, ਅਤੇ ਚੰਡੀਗੜ੍ਹ ਹੋ ਗਿਆ, ਫੈਮਿਲੀ ਹੋ ਗਿਆ। ਹਾਂਜੀ, ਇਹ ਸਾਰੇ ਜੋ ਹੈ ਇਹ ਨਾउन ਨੇ। ਇਹਦਾ ਰੀਜ਼ਨ ਕੀ ਹੈ ਵੀ ਜੋ ਇਹ ਮਤਲਬ ਸਾਰੇ ਵਰਡਸ ਨੇ ਇਹ ਕਿਸੇ ਬੰਦੇ ਨੂੰ ਯਾਨੀ ਕਿ ਕਿਸੇ ਵਿਅਕਤੀ ਨੂੰ, ਕਿਸੇ ਥਾਂ ਨੂੰ, ਥਾਂ ਮੀਨਸ ਵੀ ਕਿਸੇ ਪਲੇਸ ਨੂੰ, ਕਿਸੇ ਐਨੀਮਲ ਨੂੰ, ਐਨੀਮਲ ਤਾਂ ਚਲੋ ਇੱਥੇ ਆਇਆ ਨਹੀਂ ਹੈ, ਜਾਨਵਰ ਤਾਂ ਨਹੀਂ ਆਇਆ ਹੈ ਇੱਥੇ, ਅਤੇ ਜਾਂ ਫਿਰ ਕਿਸੇ ਚੀਜ਼ ਨੂੰ, ਚੀਜ਼ ਮੀਨਸ ਵੀ ਕੋਈ ਥਿੰਗ ਹੋਏ, ਜਿਵੇਂ ਇੱਥੇ ਡੋਲ ਦੀ ਗੱਲ ਹੋ ਰਹੀ ਹੈ ਵੀ ਇਹਨਾਂ ਸਾਰੇ ਮਤਲਬ ਚੀਜ਼ਾਂ ਦੇ ਨਾਂ ਨੂੰ ਅਸੀਂ ਨਾउन ਕਹਿੰਦੇ ਹਾਂ। ਨਾउन ਕਿਸੇ ਵਿਅਕਤੀ, ਥਾਂ, ਐਨੀਮਲ ਯਾਨੀ ਕਿ ਜਾਨਵਰ, ਅਤੇ ਕਿਸੇ ਚੀਜ਼, ਇਹਨਾਂ ਸਾਰਿਆਂ ਦੇ ਨਾਵਾਂ ਨੂੰ ਅਸੀਂ ਜੋ ਹੈ ਦਰਸਾਉਣ ਵਾਸਤੇ ਜੋ ਵਰਡਸ ਯੂਜ਼ ਕਰਦੇ ਹਾਂ ਉਹ ਨਾउन ਹੁੰਦੇ ਹਨ। ਹਾਂਜੀ। ਅਗਲਾ ਹੈ ਜੀ ਪ੍ਰੋਨਾउन, ਠੀਕ ਹੈ। ਦੇਖੋ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਵੀ ਜੋ ਇਹਨਾਂ ਨੇ ਸਾਨੂੰ ਇਹ ਸੈਂਟੈਂਸ ਦੇ ਰੱਖਿਆ ਸੀ, ਆਈ ਕੋम्ब ਇਟਸ ਹੇਅਰ ਵੈਰੀ ਸੌਫਟਲੀ, ਤਾਂ ਇਹਦੇ ਵਿੱਚੋਂ ਜੋ ਕੋम्ब ਹੈ, ਕੋम्ब ਹੁੰਦਾ ਹੈ ਕੰਘਾ ਕਰਨਾ, ਇਹ ਜੋ ਹੈ ਵਰਬ ਹੈ ਵੀ ਕੋਈ ਕੰਮ ਹੋ ਰਿਹਾ ਹੈ। ਹੇਅਰ ਹੁੰਦਾ ਹੈ ਨਾउन ਮੈਂ ਤੁਹਾਨੂੰ ਦੱਸਿਆ ਨਾ ਵੀ ਹੇਅਰ ਸਾਡੀ ਜੋ ਹਿਊਮਨ ਬੋਡੀ ਹੈ ਯਾਨੀ ਕਿ ਸਾਡਾ ਜੋ ਸਰੀਰ ਹੈ ਉਸਦਾ ਇੱਕ ਹਿੱਸਾ ਨੇ, ਇੱਕ ਪਾਰਟ ਨੇ, ਅਤੇ ਤਾਂ ਕਰਕੇ ਅਸੀਂ ਇਹਨਾਂ ਨੂੰ ਨਾउन ਕਹਿੰਦੇ ਹਾਂ।
ਵੈਰੀ ਤਾਂ ਅੰਡਰਲਾਈਨ ਨਹੀਂ ਹੈ, ਸੌਫਟਲੀ ਯਾਨੀ ਕਿ ਆਰਾਮ ਦੇ ਨਾਲ। ਤਾਂ ਸੌਫਟਲੀ ਜੋ ਹੈ ਉਹ ਇੱਕ ਵਿਸ਼ੇਸ਼ਤਾ ਨੂੰ ਦਰਸਾ ਰਿਹਾ ਹੈ, ਕਿਸ ਦੀ? ਜੋ ਨਾउन ਹੈ, ਠੀਕ ਹੈ, ਨਾउन ਦੀ, ਯਾਨੀ ਕਿ ਜੋ ਹੇਅਰਸ ਹੈ ਨਾ, ਹੇਅਰ ਇੱਥੇ ਨਾउन ਹੈ, ਤੇ ਉਸ ਦੀ ਇੱਕ ਵਿਸ਼ੇਸ਼ਤਾ ਨੂੰ ਦਰਸਾ ਰਿਹਾ ਹੈ ਵੀ ਸੌਫਟਲੀ ਹੁੰਦਾ ਹੈ ਆਰਾਮ ਦੇ ਨਾਲ। ਤਾਂ ਜੋ ਵਰਡਸ ਵਿਸ਼ੇਸ਼ਤਾ ਨੂੰ ਦੱਸਦੇ ਹੈ ਉਹਨਾਂ ਨੂੰ ਅਸੀਂ ਐਡਜੈਕਟਿਵ ਕਹਿੰਦੇ ਹੁੰਦੇ ਹਾਂ। ਨਾउन ਜਾਂ ਪ੍ਰਨਾउन ਦੀ ਵਿਸ਼ੇਸ਼ਤਾ ਮੀਨਸ ਕਿ ਉਹਨਾਂ ਦੇ ਅੰਦਰ ਖਾਸ ਕੀ ਹੈ, ਉਹਨਾਂ ਨੂੰ ਦੱਸਣ ਵਾਲੇ ਵਰਡਸ ਨੂੰ ਅਸੀਂ ਐਡਜੈਕਟਿਵ ਕਹਿੰਦੇ ਹੁੰਦੇ ਹਾਂ। ਅਸੀਂ ਉੱਪਰ ਵੀ ਐਡਜੈਕਟਿਵ ਸਮਝਿਆ ਹੈ ਨਾ ਵੀ ਕਿਸ ਨੂੰ ਅਸੀਂ ਐਡਜੈਕਟਿਵ ਕਹਿਣਾ ਹੈ। ਹਾਂਜੀ, ਇੱਥੇ ਤੁਸੀਂ ਦੇਖ ਸਕਦੇ ਹੋ ਜੋ ਇਹ ਹੇਅਰ ਹੈ ਉਸਨੂੰ ਮੈਂ ਨਾउन ਦੇ ਵਿੱਚ ਰੱਖਿਆ ਹੈ। ਜੋ ਇਹ ਕੋਮ ਹੈ ਯਾਨੀ ਕਿ ਕੰਘਾ ਕਰਨਾ, ਇਸਨੂੰ ਮੈਂ ਵਰਬ ਦੇ ਵਿੱਚ ਰੱਖਿਆ ਹੈ। ਵਰਬ ਮੀਨਸ ਕਿਸੇ ਕੰਮ ਦਾ ਹੋਣਾ, ਇੱਥੇ ਕੰਘਾ ਜੋ ਹੈ ਕਰਿਆ ਜਾ ਰਿਹਾ ਹੈ। ਤੇ ਸੌਫਟਲੀ ਜੋ ਹੈ ਉਹ ਵਿਸ਼ੇਸ਼ਤਾ ਦੱਸ ਰਿਹਾ ਹੈ, ਆਰਾਮ ਦੇ ਨਾਲ ਮਤਲਬ ਜੋ ਹੈ ਕੰਘਾ ਕੀਤਾ ਜਾ ਰਿਹਾ ਹੈ। ਤਾਂ ਮਤਲਬ ਕੋਈ ਖਾਸ ਚੀਜ਼ ਨੂੰ ਦੱਸ ਰਿਹਾ ਹੈ, ਕੋਈ ਵਿਸ਼ੇਸ਼ਤਾ ਦੱਸ ਰਿਹਾ ਹੈ, ਤਾਂ ਉਸਨੂੰ ਅਸੀਂ ਜੋ ਹੈ ਐਡਜੈਕਟਿਵ ਦੇ ਥੱਲੇ ਇੱਥੇ ਜੋ ਹੈ ਲਿਖਿਆ ਹੈ। ਹਾਂਜੀ, ਹੁਣ ਨੈਕਸਟ ਹੈ ਪ੍ਰੋਨਾउन। ਹੁਣ ਇਹ ਪ੍ਰੋਨਾउन ਕੀ ਹੁੰਦੇ ਹੈ? ਪ੍ਰੋਨਾउन ਬਸ ਸਿੰਪਲ ਜਿਹਾ ਇਹ ਸਮਝ ਲਓ ਵੀ ਨਾउन ਨੂੰ ਰਿਪਲੇਸ ਕਰਨ ਵਾਸਤੇ, ਵੀ ਨਾउन ਜੋ ਮਤਲਬ ਹੈ, ਨਾउन ਦੇ ਜੋ ਵਰਡਸ ਹੈ ਉਹਨਾਂ ਦੀ ਥਾਂ ਜੋ ਵਰਡਸ ਲੈਂਦੇ ਹੈ ਉਹਨਾਂ ਨੂੰ ਅਸੀਂ ਪ੍ਰੋਨਾउन ਕਹਿੰਦੇ ਹਾਂ। ਹੁਣ ਇਹਦਾ ਮੀਨਿੰਗ ਕੀ ਹੈ ਮੈਂ ਸਮਝਾ ਦਿੰਦਾ ਹਾਂ। ਜਿਵੇਂ ਇੱਥੇ ਆ ਰਿਹਾ ਹੈ ਆਈ ਹੈਵ ਏ ਬਿਊਟੀਫੁਲ ਡੋਲ, ਵੀ ਮੇਰੇ ਕੋਲ ਇੱਕ ਸੁੰਦਰ ਜੋ ਹੈ ਉਹ ਜੋ ਹੈ ਡੋਲ ਹੈ। ਆਈ ਕਾਲ ਇਟ ਫੇਰੀ, ਵੀ ਮੈਂ ਜੋ ਹੈ ਉਸਨੂੰ ਫੇਰੀ ਕਹਿੰਦਾ ਹਾਂ। ਇਟ ਹੈਜ਼ ਬਲੂ ਆਈਜ਼, ਹੁਣ ਇੱਥੇ ਜਿਹੜਾ ਇਹ ਇਟ ਯੂਜ਼ ਹੋਇਆ ਹੈ ਨਾ, ਹੁਣ ਇੱਥੇ ਇਹਨਾਂ ਨੇ ਜੋ ਇਹ ਇਟ ਯੂਜ਼ ਕੀਤਾ ਹੈ ਇਹ ਕਿਹਦੇ ਵਾਸਤੇ ਯੂਜ਼ ਹੋ ਰਿਹਾ ਹੈ? ਇਸ ਡੋਲ ਵਾਸਤੇ ਜਿਹਦਾ ਨਾਮ ਜੋ ਹੈ ਫੇਰੀ ਹੈ। ਡੋਲ ਤੇ ਫੇਰੀ। ਇਟ ਹੈਜ਼ ਬਲੂ ਆਈਜ਼, ਵੀ ਉਸ ਦੀਆਂ ਜੋ ਅੱਖਾਂ ਨੇ ਉਹ ਨੀਲੀਆਂ ਨੇ। ਹੁਣ ਉਸਦੀਆਂ ਜੋ ਹੈ, ਠੀਕ ਹੈ, ਹੁਣ ਉਸਦੀਆਂ ਜੋ ਇਹ ਵਰਡ ਆ ਰਿਹਾ ਹੈ ਉਹ ਕਿਸ ਵਾਸਤੇ ਆ ਰਿਹਾ ਹੈ? ਉਹ ਡੋਲ ਫੇਰੀ ਵਾਸਤੇ ਆ ਰਿਹਾ ਹੈ। ਤਾਂ ਡੋਲ ਫੇਰੀ ਨੂੰ ਰਿਪਲੇਸ ਕਰ ਦਿੱਤਾ ਹੈ ਇਟ ਨੇ। ਹੁਣ ਜ਼ਰਾ ਧਿਆਨ ਨਾਲ ਸਮਝਣਾ, ਡੋਲ ਔਰ ਫੇਰੀ ਇਹ ਦੋਵੇਂ ਜੋ ਹੈ ਨਾउन ਹੈ, ਇਹਨਾਂ ਨੂੰ ਰਿਪਲੇਸ ਕਰ ਦਿੱਤਾ ਹੈ ਇਟ ਨੇ। ਅਸੀਂ ਇੱਥੇ ਡੋਲ ਫੇਰੀ ਨਾਲ ਲਿਖ ਕੇ ਅਸੀਂ ਲਿਖਿਆ ਹੈ ਇਟ ਹੈਜ਼ ਬਲੂ ਆਈਜ਼। ਇਟ ਨੇ ਜੋ ਹੈ ਉਹ ਡੋਲ ਫੇਰੀ ਨੂੰ ਰਿਪਲੇਸ ਕਰਤਾ ਹੈ, ਉਹਦੀ ਥਾਂ ਤੇ ਆਪ ਜੋ ਹੈ ਆ ਗਿਆ ਹੈ। ਹੁਣ ਇਟ ਨੂੰ ਯੂਜ਼ ਕਰਨ ਦਾ ਫਾਇਦਾ ਕੀ ਹੈ? ਫਾਇਦਾ ਇਹ ਹੈ ਵੀ ਅਗਰ ਅਸੀਂ ਇੱਥੇ ਲਿਖਦੇ ਡੋਲ ਫੇਰੀ ਹੈਜ਼ ਬਲੂ ਆਈਜ਼, ਸਾਨੂੰ ਜੋ ਹੈ ਡੋਲ ਵਾਸਤੇ ਜੋ ਹੈ 4 ਅਲਫਾਬੈਟਸ DOLL ਯੂਜ਼ ਕਰਨਾ ਪੈਂਦਾ, ਫਿਰ ਫੇਰੀ ਲਿਖਣਾ ਪੈਂਦਾ FAIRY। ਤਾਂ ਇਹਨਾਂ ਸਾਰਿਆਂ ਨੂੰ ਜੋ ਹੈ ਮਤਲਬ ਅਸੀਂ ਹਟਾ ਕੇ ਰਿਪਲੇਸ ਕਰ ਦਿੱਤਾ ਹੈ ਦੋ ਅਲਫਾਬੈਟਸ ਦੇ ਨਾਲ, I ਤੇ T ਦੇ ਨਾਲ। ਇਟ ਮੀਨਸ ਕਿ ਉਸ ਬਾਰੇ ਗੱਲ ਹੋ ਰਹੀ ਹੈ। ਕਿਸ ਬਾਰੇ? ਡੋਲ ਫੇਰੀ ਬਾਰੇ ਗੱਲ ਹੋ ਰਹੀ ਹੈ। ਤਾਂ ਇੱਦਾਂ ਦੇ ਵਰਡਸ ਜੋ ਨਾउन ਨੂੰ ਰਿਪਲੇਸ ਕਰਕੇ ਉਹਦੀ ਥਾਂ ਤੇ ਆਪ ਲੱਗ ਕੇ ਜੋ ਹੈ ਸੈਂਟੈਂਸ ਨੂੰ ਕੰਪਲੀਟ ਕਰ ਦਿੰਦੇ ਨੇ, ਉਹਨਾਂ ਨੂੰ ਅਸੀਂ ਪ੍ਰੋਨਾउन ਕਹਿੰਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, ਇਸ ਤੋਂ ਬਾਅਦ ਇੱਕ ਤਾਂ ਦੇਖੋ ਇਹ ਇਟ ਹੋ ਗਿਆ, ਠੀਕ ਹੈ, ਤੇ ਇਸ ਤੋਂ ਬਾਅਦ ਹੋਰ ਕੀ ਹੈ? ਵੀਪਨ ਮਾਈ ਬ੍ਰਦਰ। ਹੁਣ ਵੀਪਨ ਤੇ ਬ੍ਰਦਰ ਇਹ ਤਾਂ ਨਾउन ਨੇ, ਜਿਹੜਾ ਮਾਈ ਹੈ, ਠੀਕ ਹੈ, ਮੇਰਾ, ਮਾਈ ਜੋ ਹੈ ਉਹ ਪ੍ਰੋਨਾउन ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। हैज़ bought it for me, यानी कि जो एक मतलब एक कहानी दस रहा है ना सारी दी सारी, चाहे वो मेल है चाहे वो फीमेल है, ਉਹਦਾ ਨਾਂ ਤਾਂ ਇਸ ਦੇ ਅੰਦਰ ਹੁਣ ਦੱਸਿਆ ਨਹੀਂ ਗਿਆ ਹੈ। ਇਹ ਜਿਵੇਂ ਸਟਾਰਟ ਹੁੰਦਾ ਹੈ ਆਈ ਹੈਵ ਏ ਬਿਊਟੀਫੁਲ ਡੋਲ, ਹੁਣ ਆਈ ਕੌਣ ਹੈ ਇਹ ਦੱਸਿਆ ਤਾਂ ਗਿਆ ਨਹੀਂ ਹੈ, ਠੀਕ ਹੈ। ਤੇ ਅਗਰ ਤਾਂ ਕੋਈ ਨਾਮ ਹੁੰਦਾ ਤਾਂ ਫਿਰ ਉਸ ਨੂੰ ਤਾਂ ਇੱਥੇ ਮਾਏ ਔਰ ਮੀ ਮਤਲਬ ਜੋ ਹੈ ਰਿਪਲੇਸ ਕਰ ਰਹੇ ਨੇ, ਤਾਂ ਇਹਨਾਂ ਨੂੰ ਅਸੀਂ ਪ੍ਰੋਨਾउन ਕਹਿ ਸਕਦੇ ਹਾਂ। ਦੇਖੋ ਇਹ ਜਿਹੜਾ ਮਾਈ ਹੈ ਤੇ ਜਿਹੜਾ ਮੀ ਹੈ ਇਹ ਉਸ ਬੰਦੇ ਵਾਸਤੇ ਯੂਜ਼ ਹੋ ਰਿਹਾ ਹੈ ਜੋ ਕਿ ਇਹਨਾਂ ਲਾਈਨਸ ਨੂੰ ਦੱਸ ਰਿਹਾ ਹੈ, ਯਾਨੀ ਕਿ ਜੋ ਕਹਿ ਕੇ ਦੱਸ ਰਿਹਾ ਹੈ, ਠੀਕ ਹੈ। ਆਈ ਹੈਵ ਏ ਬਿਊਟੀਫੁਲ ਡੋਲ, ਆਈ ਕੋਲ ਇਟ ਫੇਰੀ, ਜੋ ਵੀ ਇਹ ਆਈ ਹੈ ਨਾ, ਚਾਹੇ ਉਹ ਮੇਲ ਹੈ ਫੀਮੇਲ ਹੈ, ਨਾਂ ਦੱਸਿਆ ਨਹੀਂ ਹੈ। ਤਾਂ ਅਗਰ ਇੱਥੇ ਨਾਂ ਦੱਸਿਆ ਹੁੰਦਾ, ਜੇ ਮੰਨ ਲਓ ਕਿ ਇੱਥੇ ਲਿਖਿਆ ਹੁੰਦਾ ਵੀ ਦਿਲਪ੍ਰੀਤ ਸਿੰਘ ਹੈਵ ਏ ਬਿਊਟੀਫੁਲ ਡੋਲ, ਮੰਨ ਲਓ 2 ਮਿੰਟ ਵਾਸਤੇ, ਤਾਂ ਅੱਗੇ ਹੁਣ ਜਿਹੜਾ ਇਹ ਮਾਏ ਹੈ
ਜਾਂ ਫਿਰ ਮੀ ਹੈ, ਇਹ ਜੋ ਹੈ ਦਿਲਪ੍ਰੀਤ ਸਿੰਘ ਨੂੰ ਰਿਪਲੇਸ ਕਰ ਦਿੰਦੇ, ਤਾਂ ਇਹ ਜੋ ਹੈ ਮਾਏ ਔਰ ਮੀ ਦਿਲਪ੍ਰੀਤ ਸਿੰਘ ਦੀ ਜਗ੍ਹਾ 'ਤੇ ਯੂਜ਼ ਹੋ ਰਹੇ ਸੀ, ਤਾਂ ਕਰਕੇ ਅਸੀਂ ਇਹਨਾਂ ਨੂੰ ਪ੍ਰੋਨਾਊਨ ਕਹਿੰਦੇ ਹਾਂ। ਤਾਂ ਇਟ ਦੇ ਨਾਲ ਜਿਹੜੇ ਹੋਰ ਦੋ ਪ੍ਰੋਨਾਊਨਸ ਇੱਥੇ ਯੂਜ਼ ਹੋਏ ਨੇ ਉਹ ਨੇ ਮਾਏ ਤੇ ਤੀਸਰਾ ਹੈ ਮੀ। ਹਾਂਜੀ, ਇਹ ਤੁਸੀਂ ਦੇਖ ਸਕਦੇ ਹੋ ਪ੍ਰੋਨਾਊਨ ਹੈ ਇਟ, ਮਾਏ ਅਤੇ ਮੀ। ਹੁਣ ਅਗਲਾ ਹੈ ਜੀ ਵਰਬ। ਵਰਬ ਮੈਂ ਪਹਿਲਾਂ ਵੀ ਦੱਸ ਦਿੱਤਾ ਹੈ, ਜੋ ਕੰਮ ਹੋ ਰਿਹਾ ਹੈ ਯਾਨੀ ਕਿ ਐਕਸ਼ਨ, ਵੀ ਜੋ ਵੀ ਕੰਮ ਹੋ ਰਿਹਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਵਰਬ। ਹੁਣ ਕੋਮ ਯਾਨੀ ਕਿ ਕੰਘੀ ਕਰਨਾ, ਕੋਲ ਯਾਨੀ ਕਿ ਬੁਲਾਣਾ, ਠੀਕ ਹੈ। ਆਈ ਕੋਲ ਇਟ ਫੇਰੀ, ਵੀ ਮੈਂ ਜੋ ਹੈ ਉਸ ਡੋਲ ਨੂੰ ਫੇਰੀ ਕਹਿੰਦਾ ਹਾਂ, ਠੀਕ ਹੈ। ਕੋਲ ਮੀਨਸ ਬੁਲਾਣਾ। ਬੋਟ यानी कि खरीदना, ये भी जो है वर्ब है। कोई काम हो रहा है। लाइक्स यानी कि पसंद करना, भी जो फैमिली मैंबर सी वो सारे जो है उस डोल ਨੂੰ पसंद करते सी। प्ले यानी कि खेडना, भी जो ये मतलब पर्सन है जो ये सारी कहानी सुना रहा है वो लास्ट ਦੇ ਵਿੱਚ ਕਹਿੰਦਾ ਹੈ आई प्ले विद इट, ਵੀ ਮੈਂ ਜੋ ਹੈ ਇਸ ਦੇ ਨਾਲ ਯਾਨੀ ਕਿ ਡੋਲ ਫੇਰੀ ਦੇ ਨਾਲ ਖੇਡਦਾ ਹਾਂ। ਤਾਂ प्ले जो है खेडना, खेडना जो है वो एक वर्ब है, कोई एक्शन कोई काम हो रहा है। कोम्ब कंघी करना, कोल बुलाना, बोट यानी कि खरीदना, तो लाइक्स यानी कि पसंद करना, प्ले यानी कि खेडना। तो ये सारे के सारे एक्शन ने, कोई काम हो रहा है, तो इन्हों असी वर्ब की कैटेगरी के विच रखते होंगे हाँ। हाँ जी, नैक्सट है जी एडजैक्टिव। एडजैक्टिव होंदा है भी नाउन अते प्रनाउन की विशेषता दस्सण वाला विशेषण। भी नाउन ते प्रनाउन दे विच की चीज़ खास है। सॉफ्टली, सॉफ्टली यानी कि आराम दे नाल, ठीक है। ब्यूटीफुल, ब्यूटीफुल यानी कि सोहना, ये जो है उस डोल दी जो है, डोल देखो नाउन सी, ठीक है। जो डोल सी वो नाउन सी, उदी जो है विशेषता यानी कि खासियत दसी जा रही है, भी जो डोल है वो ब्यूटीफुल है यानी कि काफ़ी सोहनी जो है वो डोल है। हाँ जी, उस तो बाद ये दस्या गया सी भी इट हैज़ ब्लू आइज़। तो इत्थे जो आइज़ है, ठीक है, आइज़ जो है वो नाउन है। तो आइज़ की खासियत दसी गई है भी वो जो है ब्लू ने यानी कि नीलियाँ ने। तो जो नाउन आइज़ है उसकी खासियत दसन वाला जो शब्द है यानी कि जो वर्ड है ब्लू, उसनों असी एडजैक्टिव कवांगे। हाँ जी, हुण लास्ट एडवर्ब है। देखो एडवर्ब जो ये वर्ड्स इन्होंने अंडरलाइन किए हुए हैं, इन्होंने सानू क्या है भी रीड द अंडरलाइंड वर्ड्स एंड पुट दैम इन देयर रिस्पैक्टिव कोलम। सानू सिर्फ अंडरलाइन वर्ड्स नू ही जो है मतलब जो नीचे सानू कोलम्स दित्तियां गईयां सी उन्हां दे विच रखना सी। इत्थे जो ये वैरी मच आ रहा है, ये तुसी देख सकते हो वैरी मच, ये वैरी ते मच, ठीक है। वैरी हुंदा है बहुत, मच हुंदा है बहुत ज़्यादा। तो ये वैरी ते मच ये जो है एडवर्ब्स ने। एडवर्ब्स की हुंदा है भी इदां दे वर्ड जो डिस्क्राइब करते हैं एडजैक्टिव नू या फिर दूजे एडवर्ब नू, भी जो किसी देखो एडवर्ब नू असी कहने होंने आ क्रिया विशेषण, भी जो कोई काम हो रहा है उसकी विशेषता दसन। भी जो वर्ब है ना, वर्ब होंदा है भी कोई काम हो रहा है, हुण उस काम की भी विशेषता दसना भी वो काम किवें दा हो रहा है, कितना वधिया हो रहा है या कितना जो है वो खराब हो रहा है। तो उसनू दसन वाले नू एडवर्ब किया जाता है। एडवर्ब नू असी क्रिया विशेषण कहने हाँ, भी कोई अगर काम हो रहा है तो उसकी विशेषता यानी कि खासियत दसना। इत्थे जो ये वैरी और मच है ये जो है एडवर्ब्स हैं, बट मैं इसनू नहीं लिखा है। इसका कारण ये है भी इन्होंने सानू किया सी भी जो अंडरलाइन वर्ड्स हैं सिर्फ तुसी उन्हां अंडरलाइन वर्ड्स नू ही जो है रिस्पैक्टिव कॉलम दे विच यानी कि नीचे जो कॉलम्स दिते गए हैं उहदे विच रखना है। तो हुण ये वैरी और मच दे नीचे इन्होंने अंडरलाइन नहीं कर रखा है, तो वैसे ये एडवर्ब्स ने, ठीक है। उसका कारण की है माई फैमिली आल्सो लाइक्स इट वेरी मच, भी मेरी फैमिली देखो इत्थे वर्ब की है लाइक्स है। लाइक्स मीनस कि पसंद करना, भी कोई काम हो रहा है यानी कि पसंद किया जा रहा है, तो ये तो हो गया वर्ब। तो हुण वो पसंद जो है किवें किया जा रहा है बहुत ज़्यादा। तो ये जो वैरी और मच है ये जो है लाइक्स दी
ਵਿਸ਼ੇਸ਼ਤਾ ਦੱਸ ਰਿਹਾ ਹੈ। ਲਾਈਕ ਯਾਨੀ ਕਿ ਪਸੰਦ ਕਰਨ ਦੀ ਜੋ ਵਿਸ਼ੇਸ਼ਤਾ ਹੈ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਮੇਰੀ ਫੈਮਿਲੀ ਜੋ ਹੈ ਉਸ ਡੋਲ ਨੂੰ ਬਹੁਤ ਜ਼ਿਆਦਾ ਜੋ ਹੈ ਪਸੰਦ ਕਰਦੀ ਹੈ। ਤਾਂ ਪਸੰਦ ਕਰਨਾ ਇਹ ਵਰਬ ਹੈ। ਇਸ ਦੀ ਵਿਸ਼ੇਸ਼ਤਾ ਜੋ ਦੱਸੀ ਜਾ ਰਹੀ ਹੈ ਵੈਰੀ ਮਚ ਦੇ ਨਾਲ, ਇਹ ਜੋ ਹੈ ਐਡਵਰਬ ਹੈ। ਵਰਬ ਦੀ ਵਿਸ਼ੇਸ਼ਤਾ ਦੱਸਣਾ, ਵਰਬ ਦੇ ਅੰਦਰ ਕੀ ਖਾਸ ਹੈ, ਠੀਕ ਹੈ, ਉਸ ਨੂੰ ਜੋ ਹੈ ਅਸੀਂ ਐਡਵਰਬ ਦੇ ਨਾਲ ਲਿਖਦੇ ਹੁੰਦੇ ਹਾਂ। ਹੁਣ ਇੱਥੇ ਵੈਰੀ ਮਚ ਦੇ ਨੀਚੇ ਅੰਡਰਲਾਈਨ ਨਹੀਂ ਹੈ ਅਤੇ ਤਾਂ ਕਰਕੇ ਮੈਂ ਜੋ ਹੈ ਇਸ ਨੂੰ ਐਡਵਰਬ ਦੇ ਵਿੱਚ ਜਾਂ ਐਡਵਰਬ ਦਾ ਜੋ ਕੋਲਮ ਹੈ ਉਹਦੇ ਨੀਚੇ ਜੋ ਹੈ ਨਹੀਂ ਰੱਖਿਆ ਹੈ। ਵੈਸੇ ਇੱਥੇ ਵੈਰੀ ਅਤੇ ਮਚ ਇਹ ਦੋਵੇਂ ਜੋ ਹੈ ਐਡਵਰਬਸ ਨੇ, ਕਿਉਂਕਿ ਇਹ ਲਾਈਕ ਦੀ ਵਿਸ਼ੇਸ਼ਤਾ ਯਾਨੀ ਕਿ ਖਾਸੀਅਤ ਦੱਸ ਰਹੇ ਨੇ ਵੀ ਮੇਰੀ ਫੈਮਿਲੀ ਉਸ ਡੋਲ ਨੂੰ ਪਸੰਦ ਕਰਦੀ ਹੈ। ਵੈਰੀ ਮਚ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਮੇਰੀ ਫੈਮਿਲੀ ਉਸ ਡੋਲ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਨੈਕਸਟ ਹੈ ਜੀ ਰੀਡ ਅਲਾਊਡ ਦਾ ਫੋਲੋਇੰਗ ਵਰਡਸ। ਸਾਨੂੰ ਜੋ ਹੈ ਉੱਚੀ ਉੱਚੀ ਜੋ ਹੈ ਇਹਨਾਂ ਵਰਡਸ ਨੂੰ ਜੋ ਹੈ ਰੀਡ ਕਰਨਾ ਹੈ। ਤਾਂ ਸਟਾਰਟ ਕਰਦੇ ਹਾਂ, ਠੀਕ ਹੈ। ਫਸਟ ਜੋ ਵਰਡ ਹੈ ਇਹਨਾਂ ਨੇ ਸਾਨੂੰ ਕਿਹਾ ਹੈ ਰੀਡ ਅਲਾਊਡ ਦਾ ਫੋਲੋਇੰਗ ਵਰਡਸ। ਇਹਨਾਂ ਵਰਡਸ ਨੂੰ ਸਾਨੂੰ ਜੋ ਹੈ ਉੱਚੀ ਉੱਚੀ ਜੋ ਹੈ ਉਹ ਰੀਡ ਕਰਨਾ ਹੈ। ਫਸਟ ਹੈ ਚੇਨ, CHAIN, ਚੇਨ, ਚਾਰਟ, ਚੈੱਕ, ਚੈਸਟ, ਚੇਅਰ, ਚਿਲ, ਚੀਟ, ਚੀਪ, ਚੌਕ, ਚੀਫ। ਅੱਗੇ ਹੈ ਪੀਚ, ਰੀਚ, ਬੀਚ, ਟੀਚ, ਟਚ, ਬ੍ਰਾਂਚ, ਮਾਰਚ, ਮੱਚ, ਲੰਚ। ਤਾਂ ਇੱਦਾਂ ਜੋ ਹੈ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਇਹਨਾਂ ਨੂੰ ਰੀਡ ਕਰਕੇ। ਨੈਕਸਟ ਹੈ ਜੀ ਆਪੋਸਟ੍ਰੋਫ। ਹੁਣ ਆਪੋਸਟ੍ਰੋਫ ਅਸੀਂ ਕਿੱਥੇ ਯੂਜ਼ ਕਰਨਾ ਹੈ ਅਤੇ ਇੱਥੇ ਜੋ ਹੈ ਮਤਲਬ ਇਹ ਆਪੋਸਟ੍ਰੋਫ ਐਸ ਜੋ ਯੂਜ਼ ਕੀਤਾ ਗਿਆ ਹੈ ਉਸ ਦਾ ਮੀਨਿੰਗ ਕੀ ਹੈ। ਦੇਖੋ ਇੱਥੇ ਤੁਸੀਂ ਫਿਗਰ ਦੇ ਵਿੱਚ ਨਾਲ ਦੇਖ ਸਕਦੇ ਹੋ ਦਿਸ ਇਜ਼ ਮਾਈ ਬ੍ਰਦਰਸ ਕਾਰ। ਮੈਂ ਪਹਿਲਾਂ ਵੀ ਦੱਸਿਆ ਹੈ ਵੀ ਜੋ ਬ੍ਰਦਰ ਹੈ ਉਹ ਇੱਕ ਬੰਦੇ ਨੂੰ, ਇੱਕ ਵਿਅਕਤੀ ਨੂੰ ਦਰਸਾ ਰਿਹਾ ਹੈ, ਰਿਪਰੈਜ਼ੈਂਟ ਕਰ ਰਿਹਾ ਹੈ। ਅਤੇ ਜੋ ਬ੍ਰਦਰ ਹੈ ਉਹ ਨਾਊਨ ਹੈ, ਜੋ ਬ੍ਰਦਰ ਹੈ ਉਹ ਨਾਊਨ ਹੈ, ਠੀਕ ਹੈ। ਤਾਂ ਹੁਣ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਇੱਥੇ ਜੋ ਹੈ ਬ੍ਰਦਰ ਦੇ ਨਾਲ ਇਹ ਜੋ ਇੱਕ ਕੋਮਾ ਪਾ ਕੇ ਐਸ ਲਗਾਇਆ ਗਿਆ ਹੈ। ਉੱਪਰ ਇੱਕ ਵਰਡ ਸੀ ਆਪੋਸਟ੍ਰੋਫ, ਮੈਂ ਰੀਡ ਕੀਤਾ ਸੀ ਹੁਣੇ, ਤੁਸੀਂ ਦੇਖਿਆ ਹੋਣਾ ਹੈ। ਇਹ ਜਿਹੜਾ ਉੱਪਰ ਕੋਮਾ ਹੈ ਨਾ, ਇਸ ਨੂੰ ਅਸੀਂ ਕਹਿੰਦੇ ਹਾਂ ਆਪੋਸਟ੍ਰੋਫ, ਔਰ ਜਿਹੜਾ ਨਾਲ ਲੱਗਿਆ ਹੋਇਆ ਹੈ ਐਸ, ਠੀਕ ਹੈ, ਇਸ ਨੂੰ ਅਸੀਂ ਰੀਡ ਕਰਾਂਗੇ ਆਪੋਸਟ੍ਰੋਫ ਐਸ। ਹੁਣ ਇਹ ਕਿਸ ਦੇ ਨਾਲ ਲੱਗਿਆ ਹੋਇਆ ਹੈ? ਬ੍ਰਦਰ ਦੇ ਨਾਲ। ਬ੍ਰਦਰ ਕੀ ਹੈ? ਇੱਕ ਨਾਊਨ ਹੈ। ਅਗਰ ਨਾਊਨ ਦੇ ਨਾਲ ਆਪੋਸਟ੍ਰੋਫ ਐਸ ਲੱਗਿਆ ਹੋਇਆ ਹੈ ਤਾਂ ਉਹ ਜੋ ਹੈ ਕਿਸੇ ਚੀਜ਼ ਦੇ ਉੱਪਰ ਉਸ ਨਾਊਨ ਦੇ ਅਧਿਕਾਰ ਨੂੰ ਜੋ ਹੈ ਦਰਸਾਉਂਦਾ ਹੈ, ਪ੍ਰਗਟ ਕਰਦਾ ਹੈ। ਹੁਣ ਇਸ ਦਾ ਮੀਨਿੰਗ ਕੀ ਹੋਇਆ? ਮੀਨਿੰਗ ਇਹ ਹੈ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇੱਕ ਕਾਰ ਦੇ ਨਾਲ ਇੱਕ ਬੰਦਾ ਖੜਾ ਹੈ ਅਤੇ ਸੈਂਟੈਂਸ ਲਿਖਿਆ ਗਿਆ ਹੈ ਦਿਸ ਇਜ਼ ਮਾਈ ਬ੍ਰਦਰਸ ਕਾਰ, ਵੀ ਇਹ ਜੋ ਹੈ ਮੇਰੇ ਭਰਾ ਦੀ ਕਾਰ ਹੈ ਜਾਂ ਮੇਰੇ ਭਰਾ ਦੀ ਜੋ ਹੈ ਗੱਡੀ ਹੈ, ਠੀਕ ਹੈ। ਤਾਂ ਇੱਥੇ ਜੋ ਹੈ ਇੱਕ ਅਧਿਕਾਰ ਦਿਖਾਇਆ ਜਾ ਰਿਹਾ ਹੈ ਵੀ ਜੋ ਨਾਊਨ ਹੈ, ਠੀਕ ਹੈ, ਵੀ ਇਹ ਜੋ ਹੈ ਉਸ ਦੀ ਮਤਲਬ ਜੋ ਹੈ ਗੱਡੀ ਹੈ। ਇੱਕ ਹੱਕ ਜਮਾਇਆ ਜਾ ਰਿਹਾ ਆਪਣਾ, ਠੀਕ ਹੈ, ਅਧਿਕਾਰ ਦਿਖਾਇਆ ਜਾ ਰਿਹਾ ਹੈ। ਦਿਸ ਇਜ਼ ਮਾਈ ਬ੍ਰਦਰਸ ਕਾਰ, ਵੀ ਇਹ ਜੋ ਹੈ ਮੇਰੇ ਵੀਰੇ ਦੀ ਕਹਿ ਲਓ, ਠੀਕ ਹੈ, ਜਾਂ ਭਰਾ ਦੀ, ਠੀਕ ਹੈ, ਗੱਡੀ ਹੈ। ਤਾਂ ਇੱਥੇ ਇੱਕ ਹੱਕ ਜੋ ਹੈ ਜਤਾਇਆ ਜਾ ਰਿਹਾ ਹੈ। ਤਾਂ ਜਦੋਂ ਵੀ ਨਾਊਨ ਦੇ ਨਾਲ ਆਪੋਸਟ੍ਰੋਫ ਐਸ ਲੱਗਿਆ ਹੋਏਗਾ, ਇਹਦਾ ਮੀਨਿੰਗ ਇਹੀ ਹੋਏਗਾ ਵੀ ਕਿਸੇ ਅਧਿਕਾਰ ਦੀ ਜਾਂ ਕਿਸੇ ਹੱਕ ਦੀ ਗੱਲ ਹੋ ਰਹੀ ਹੈ, ਵੀ ਇਹ ਜੋ ਹੈ ਮੇਰੇ ਵੀਰੇ ਦੀ ਜੋ ਹੈ ਗੱਡੀ ਹੈ, ਮੇਰੇ ਭਰਾ ਦੀ ਗੱਡੀ ਹੈ, ਠੀਕ ਹੈ। ਸੈਕਿੰਡ ਹੈ ਇਟ ਇਜ਼ ਡੇਵਿਡਸ ਹਾਊਸ। ਹੁਣ ਡੇਵਿਡ ਤਾਂ ਸਾਫ਼ ਪਤਾ ਚੱਲ ਰਿਹਾ ਵੀ ਇਹ ਨਾਊਨ ਹੈ, ਕਿਸੇ ਵਿਅਕਤੀ ਦਾ ਜੋ ਹੈ ਨਾਂ ਹੈ ਡੇਵਿਡ, ਠੀਕ ਹੈ। ਤਾਂ ਉਸ ਦੇ ਨਾਲ ਹੁਣ ਤੁਸੀਂ ਦੇਖ ਸਕਦੇ ਹੋ ਵੀ ਉੱਤੇ ਜੋ ਹੈ ਕੋਮਾ ਅਤੇ ਐਸ ਲੱਗਿਆ ਹੋਇਆ ਹੈ। ਇਟ ਮੀਨਸ ਵੀ ਨਾਊਨ ਦੇ ਨਾਲ ਆਪੋਸਟ੍ਰੋਫ ਐਸ ਲੱਗਿਆ ਹੋਇਆ ਹੈ। ਤਾਂ ਇਹ ਜੋ ਹੈ ਇਹ ਦਰਸਾ ਰਿਹਾ ਹੈ ਇਟ ਇਜ਼ ਡੇਵਿਡਸ ਹਾਊਸ, ਵੀ ਇਹ ਜੋ ਹੈ ਡੇਵਿਡ ਦਾ ਘਰ ਹੈ। ਤਾਂ ਨਾਊਨ ਦੇ ਨਾਲ ਐਸ ਲੱਗਿਆ ਹੋਇਆ ਹੈ, ਆਪੋਸਟ੍ਰੋਫ ਐਸ ਲੱਗਿਆ ਹੋਇਆ, ਇਟ ਮੀਨਸ ਵੀ ਡੇਵਿਡ ਦਾ ਘਰ ਹੈ। ਡੇਵਿਡ ਦਾ ਹੱਕ ਜਾਂ ਡੇਵਿਡ ਦਾ ਅਧਿਕਾਰ ਦਿਖਾਇਆ ਜਾ ਰਿਹਾ ਹੈ ਇਸ ਘਰ ਦੇ ਉੱਪਰ।
ਸਮਝ ਰਹੇ ਹੋ ਨਾ ਵੀ ਕਿਸੇ ਹੱਕ ਨੂੰ ਜਾਂ ਕਿਸੇ ਅਧਿਕਾਰ ਨੂੰ ਦਰਸਾਉਣਾ, ਠੀਕ ਹੈ, ਉਸ ਵਾਸਤੇ ਅਸੀਂ ਨਾउन ਦੇ ਨਾਲ ਅਪੋਸਟ੍ਰੋਫ ਐਸ ਯੂਜ਼ ਕਰਦੇ ਹੁੰਦੇ ਆ। ਨੈਕਸਟ ਹੈ ਜੀ ਸ਼ੀ ਇਜ਼ ਰੀਟਾਜ਼ ਮਦਰ, ਵੀ ਉਹ ਜੋ ਹੈ ਮਤਲਬ ਰੀਟਾ ਦੀ ਮਦਰ ਹੈ, ਮਾਤਾ ਜੀ ਹੈ। ਤਾਂ ਇਹ ਜੋ ਹੈ ਦੱਸਿਆ ਜਾ ਰਿਹਾ ਹੈ, ਠੀਕ ਹੈ, ਇੱਕ ਤਰ੍ਹਾਂ ਦਾ ਅਧਿਕਾਰ ਹੱਕ ਹੀ ਦਿਖਾਇਆ ਜਾ ਰਿਹਾ ਵੀ ਉਹ ਜੋ ਹੈ ਰੀਟਾ ਦੀ ਮਦਰ ਹੈ, ਠੀਕ ਹੈ। ਤਾਂ ਅਧਿਕਾਰ ਜਮਾਇਆ ਜਾ ਰਿਹਾ ਹੈ, ਹੱਕ ਮਤਲਬ ਜੋ ਹੈ ਦਿਖਾਇਆ ਜਾ ਰਿਹਾ ਹੈ ਰੀਟਾ ਦਾ, ਠੀਕ ਹੈ। ਤਾਂ ਸ਼ੀ ਇਜ਼ ਰੀਟਾਜ਼ ਮਦਰ, ਵੀ ਉਹ ਜੋ ਹੈ ਰੀਟਾ ਦੀ ਜੋ ਹੈ ਮਾਤਾ ਜੀ ਹੈ। ਨੈਕਸਟ ਹੈ ਦੈਟ ਇਜ਼ ਹਿਜ਼ ਕਜ਼ਨਸ ਸਕੂਲ, ਵੀ ਇਹ ਜੋ ਹੈ ਉਸਦੇ ਕਜ਼ਨ ਦਾ ਸਕੂਲ ਹੈ, ਠੀਕ ਹੈ। ਤਾਂ ਇੱਥੇ ਜੋ ਹੈ ਇੱਕ ਅਧਿਕਾਰ ਹੀ ਜੋ ਹੈ ਮਤਲਬ ਦਿਖਾਇਆ ਜਾ ਰਿਹਾ ਹੈ, ਹੱਕ ਜਮਾਇਆ ਜਾ ਰਿਹਾ ਹੈ, ਠੀਕ ਹੈ, ਹੱਕ ਜੋ ਹੈ ਦਿਖਾਇਆ ਜਾ ਰਿਹਾ ਇੱਕ ਤਰ੍ਹਾਂ ਦਾ। ਦਿਸ ਇਜ਼ ਹਿਜ਼ ਕਜ਼ਨਸ ਹਾਊਸ, ਵੀ ਇਹ ਜੋ ਹੈ ਉਸਦੇ ਕਜ਼ਨ ਦਾ ਜੋ ਹੈ ਸਕੂਲ ਹੈ, ਇੱਕ ਹੱਕ ਦਿਖਾਇਆ ਜਾ ਰਿਹਾ ਹੈ। ਹਾਂਜੀ, ਨੈਕਸਟ ਹੈ ਜੀ ਰਾਈਟ ਏ ਫਿਊ ਲਾਈਨਸ ਔਨ ਮਾਈ ਟੀਚਰ। ਤਾਂ ਇੱਥੇ ਮਾਈ ਟੀਚਰ ਦੇ ਉੱਪਰ ਜੋ ਹੈ ਫਿਊ ਲਾਈਨਸ ਲਿਖਣ ਵਾਸਤੇ ਕਿਹਾ ਗਿਆ ਸੀ। ਮੈਂ ਲਾਈਨਸ ਲਿਖ ਰੱਖੀਆਂ ਹੈ, ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਮੈਂ ਸਮਝਾ ਦਿੰਦਾ ਹਾਂ ਵੀ ਇਹ ਕੀ ਮੈਂ ਜੋ ਹੈ ਲਿਖਿਆ ਹੈ। ਇਹਨਾਂ ਨੇ ਮਾਈ ਟੀਚਰ ਦੇ ਉੱਪਰ ਫਿਊ ਲਾਈਨਸ ਲਿਖਣ ਵਾਸਤੇ ਕਿਹਾ ਸੀ, ਤਾਂ ਮੈਂ ਲਿਖਿਆ ਹੈ ਮਿਸ ਹਰਵਿੰਦਰ ਕੌਰ ਇਜ਼ ਮਾਈ ਟੀਚਰ। ਜੋ ਮਿਸ ਹਰਵਿੰਦਰ ਕੌਰ ਹਨ ਉਹ ਮੇਰੇ ਟੀਚਰ ਹਨ। ਸ਼ੀ ਇਜ਼ MA B.Ed, ਉਹ ਉਹਨਾਂ ਨੇ ਜੋ ਹੈ MA B.Ed ਕੀਤੀ ਹੋਈ ਹੈ। ਸ਼ੀ ਇਜ਼ 25 years old, ਉਹਨਾਂ ਦੀ ਜੋ ਏਜ ਹੈ ਉਹ 25 ਸਾਲਾਂ ਦੀ ਹੈ। ਸ਼ੀ ਇਜ਼ ਵੈਰੀ ਨਾਈਸ ਐਂਡ ਪ੍ਰੈਟੀ, ਸ਼ੀ ਇਜ਼ ਵੈਰੀ ਨਾਈਸ, ਵੀ ਉਹ ਜੋ ਹੈ ਬਹੁਤ ਹੀ ਚੰਗੇ ਹਨ। ਪ੍ਰੈਟੀ ਯਾਨੀ ਕਿ ਸੋਹਣਾ ਹੋਣਾ, ਠੀਕ ਹੈ, ਉਹ ਬਹੁਤ ਹੀ ਚੰਗੇ ਅਤੇ ਸੋਹਣੇ ਹਨ। ਸ਼ੀ ਕਮਸ ਟੂ ਸਕੂਲ ਇਨ ਟਾਈਮ, ਵੀ ਉਹ ਜੋ ਹੈ ਸਕੂਲ ਦੇ ਵਿੱਚ ਸਮੇਂ ਸਿਰ ਆ ਜਾਂਦੇ ਹਨ। ਮੀਨਸ ਕਿ ਉਹ ਕਦੀ ਵੀ ਲੇਟ ਨਹੀਂ ਹੁੰਦੇ, ਠੀਕ ਹੈ, ਕਦੀ ਵੀ ਉਹ ਲੇਟ ਨਹੀਂ ਆਉਂਦੇ ਹੈ ਸਕੂਲ ਦੇ ਵਿੱਚ। ਸ਼ੀ ਟੀਚਿਸ ਅਸ ਇੰਗਲਿਸ਼, ਉਹ ਸਾਨੂੰ ਇੰਗਲਿਸ਼ ਪੜ੍ਹਾਉਂਦੇ ਨੇ। ਸ਼ੀ ਇਜ਼ ਗੁੱਡ ਟੂ ਆਲ, ਉਹ ਸਾਰਿਆਂ ਵਾਸਤੇ ਹੀ ਚੰਗੇ ਨੇ, ਯਾਨੀ ਕਿ ਉਹ ਸਾਰਿਆਂ ਦੇ ਨਾਲ ਚੰਗਾ ਜੋ ਹੈ ਬਿਹੇਵੀਅਰ ਜੋ ਹੈ ਕਰਦੇ ਨੇ। ਉਹਨਾਂ ਦਾ ਜੋ ਬਿਹੇਵੀਅਰ ਹੈ ਉਹ ਸਾਰਿਆਂ ਵਾਸਤੇ ਕਾਫੀ ਚੰਗਾ ਹੈ। ਸ਼ੀ ਹੈਲਪਸ ਦਾ ਨੀਡੀ ਸਟੂਡੈਂਟਸ, ਇੱਥੇ ਜੋ ਨੀਡੀ ਹੈ, ਇੱਥੇ ਨੀਡੀ ਤੋਂ ਭਾਵ ਹੈ ਵੀ ਕੁਝ ਗਰੀਬ ਬੱਚੇ ਵੀ ਕਹਿ ਸਕਦੇ ਹਾਂ, ਪੂਅਰ ਸਟੂਡੈਂਟਸ ਵੀ ਕਹਿ ਸਕਦੇ ਹਾਂ, ਅਤੇ ਉਹ ਸਟੂਡੈਂਟਸ ਜੋ ਸਟੱਡੀਜ਼ ਦੇ ਵਿੱਚ ਵੀਕ ਨੇ, ਠੀਕ ਹੈ। ਤਾਂ ਇੱਥੇ ਦੋਵੇਂ ਆ ਗਏ, ਇੱਕ ਜੋ ਫਾਈਨੈਂਸ਼ੀਅਲੀ ਥੋੜ੍ਹੇ ਜਿਹੇ ਵੀਕ ਹੈ ਅਤੇ ਇੱਕ ਜੋ ਸਟੱਡੀਜ਼ ਦੇ ਵਿੱਚ ਵੀਕ ਹੈ। ਤਾਂ ਇੱਦਾਂ ਦੇ ਬੱਚਿਆਂ ਦੀ ਜੋ ਹੈ ਉਹ ਹੈਲਪ ਕਰਦੇ ਨੇ, ਯਾਨੀ ਕਿ ਸ਼ੀ ਹੈਲਪਸ ਦਾ ਨੀਡੀ ਸਟੂਡੈਂਟਸ। ਅੱਗੇ ਹੈ ਜੀ ਸ਼ੀ ਰਿਸਪੈਕਟਸ ਐਵਰੀਵਨ, ਵੀ ਉਹ ਜੋ ਹੈ ਹਰ ਕਿਸੇ ਦੀ ਜੋ ਹੈ ਉਹ ਇੱਜ਼ਤ ਕਰਦੇ ਹੈ, ਠੀਕ ਹੈ। ਹਰ ਕਿਸੇ ਨੂੰ ਜੋ ਹੈ ਮਤਲਬ ਉਹ ਜੋ ਹੈ ਪਿਆਰ ਨਾਲ ਜੋ ਹੈ ਬੋਲਦੇ हैं, ਰਿਸਪੈਕਟ ਕਰਦੇ हैं, ਠੀਕ ਹੈ। ਸ਼ੀ ਰਿਸਪੈਕਟਸ ਐਵਰੀਵਨ, ਹਰ ਕਿਸੇ ਦੀ ਇੱਜ਼ਤ ਕਰਦੇ हैं। ਆਈ ਐਮ ਪ੍ਰਾਊਡ ਆਫ ਹਰ, ਆਈ ਐਮ ਪ੍ਰਾਊਡ ਆਫ ਹਰ ਮੀਨਸ ਵੀ ਮੈਨੂੰ ਉਹਨਾਂ 'ਤੇ ਜੋ ਹੈ ਮਾਣ ਹੈ। ਆਈ ਐਮ ਪ੍ਰਾਊਡ ਆਫ ਹਰ, ਮੈਨੂੰ ਜੋ ਹੈ ਉਹਨਾਂ 'ਤੇ ਜੋ ਹੈ ਮਾਣ ਹੈ। ਇਹ ਨੈਕਸਟ ਜੋ ਕੁਐਸਚਨ ਹੈ, ਇਸ ਚੈਪਟਰ ਨੂੰ ਅਗਰ ਅਸੀਂ ਧਿਆਨ ਦੇ ਨਾਲ ਅਗਰ ਅਸੀਂ ਸਮਝਿਆ ਹੈ ਤਾਂ ਇਸ ਚੈਪਟਰ ਦੇ ਵਿੱਚੋਂ ਕੁਝ ਕੁਐਸਚਨਸ ਪੁੱਛੇ ਗਏ ਹੈ ਜੋ ਕਿ ਹਰ ਇੱਕ ਬੱਚੇ ਨੂੰ ਪਤਾ ਹੋਣੇ ਜ਼ਰੂਰੀ, ਮਤਲਬ ਇਹਨਾਂ ਕੁਐਸਚਨਸ ਬਾਰੇ ਜੋ ਹੈ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਇੱਦਾਂ ਦੀ ਸਿਚੁਏਸ਼ਨਸ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਫੇਸ ਕਰਨੀਆਂ ਪੈ ਸਕਦੀਆਂ ਹੈ। ਤਾਂ ਉਹਨਾਂ ਸਿਚੁਏਸ਼ਨਸ ਦੇ ਵਿੱਚ ਅਸੀਂ ਕੀ ਕਰਨਾ ਹੈ, ਇਹਨਾਂ ਕੁਐਸਚਨਸ ਦੇ ਰਾਹੀਂ ਆਨਸਰ ਜੋ ਹੈ ਦਿੱਤਾ ਗਿਆ ਹੈ। ਤਾਂ ਜ਼ਰਾ ਧਿਆਨ ਨਾਲ ਸਮਝਣਾ। ਵੈਲਿਊ ਆਈ ਲਰਨਡ ਦਾ ਮੀਨਿੰਗ ਇਹ ਹੈ ਵੀ ਜੋ ਇਸ ਚੈਪਟਰ ਨੂੰ ਅਸੀਂ ਜਦੋਂ ਰੀਡ ਕੀਤਾ ਹੈ, ਪੜ੍ਹਿਆ ਹੈ, ਸਮਝਿਆ ਹੈ, ਤਾਂ ਅਸੀਂ ਕੀ ਵੈਲਿਊ ਜੋ ਹੈ ਅਸੀਂ ਇਸ ਚੈਪਟਰ ਤੋਂ ਜੋ ਹੈ ਸਮਝੀ ਹੈ। ਜ਼ਰਾ ਇਹ ਕੁਐਸਚਨ ਨੂੰ ਜ਼ਰਾ ਧਿਆਨ ਨਾਲ ਸਮਝਣਾ। ਇਫ ਐਨੀ ਸਟ੍ਰੇਂਜਰ ਇਜ਼ ਮੇਕਿੰਗ ਯੂ ਕੰਫਰਟ, ਇੱਕ ਮਿੰਟ ਜ਼ਰਾ, ਹਾਂਜੀ। If any stranger is making you uncomfortable, what will you do? ਵੀ ਅਗਰ ਕੋਈ ਅਣਜਾਣ ਬੰਦਾ ਤੁਹਾਨੂੰ ਜੋ ਹੈ ਪਰੇਸ਼ਾਨ ਕਰ ਰਿਹਾ ਹੈ, ਵੀ ਉਹ ਜੋ ਹੈ ਤੁਹਾਨੂੰ ਜੋ ਹੈ ਬਿਨਾਂ ਮਤਲਬ ਤੋਂ ਜੋ ਹੈ ਉਹ ਟੱਚ ਕਰ ਰਿਹਾ ਹੈ, ਪਰੇਸ਼ਾਨ ਕਰ ਰਿਹਾ ਹੈ, ਕੋਈ ਅਣਜਾਣ ਬੰਦਾ। ਸਟ੍ਰੇਂਜਰ ਹੁੰਦਾ ਹੈ ਜਿਸ ਨੂੰ ਤੁਸੀਂ ਜਾਣਦੇ ਨਹੀਂ ਹੋ, ਠੀਕ ਹੈ।
ਤੇ ਅਗਰ ਉਹ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਅਨਕੰਫਰਟੇਬਲ ਮੀਨਸ ਵੀ ਤੁਹਾਨੂੰ ਜੋ ਹੈ ਬੈਡ ਟੱਚ ਅਗਰ ਉਹ ਕਰ ਰਿਹਾ ਹੈ, ਵਟ ਵਿਲ ਯੂ ਡੂ, ਤਾਂ ਉਹਨਾਂ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ। ਨੀਚੇ ਕੁਝ ਕੁਐਸਚਨਸ ਦਿੱਤੇ ਗਏ ਹੈ, ਅਸੀਂ ਟਿਕ ਮਾਰਕ ਕਰਨਾ ਹੈ। ਹਾਂਜੀ, ਫਰਸਟ ਹੈ ਰਨ ਅਵੇ ਫਰੋਮ ਦੈਟ ਪਲੇਸ, ਵੀ ਅਸੀਂ ਜੋ ਹੈ ਉਸ ਥਾਂ ਤੋਂ ਯਾਨੀ ਕਿ ਉਸ ਜਗ੍ਹਾ ਤੋਂ ਅਸੀਂ ਭੱਜ ਜਾਵਾਂਗੇ, ਯਾਨੀ ਕਿ ਉਸ ਜਗ੍ਹਾ ਨੂੰ ਅਸੀਂ ਛੋੜ ਕੇ ਜੋ ਹੈ ਉੱਥੋਂ ਦੀ ਨਿਕਲ ਜਾਵਾਂਗੇ, ਭੱਜ ਜਾਵਾਂਗੇ। ਤਾਂ ਇਹ ਬਿਲਕੁਲ ਸਹੀ ਹੈ। ਅਸੀਂ ਉਸ ਸਟ੍ਰੇਂਜਰ ਤੋਂ ਯਾਨੀ ਕਿ ਉਸ ਅਣਜਾਣ ਬੰਦੇ ਤੋਂ ਜੋ ਸਾਨੂੰ ਪਰੇਸ਼ਾਨ ਕਰ ਰਿਹਾ ਹੈ, ਅਸੀਂ ਉਸ ਨੂੰ ਛੋੜ ਕੇ ਜੋ ਹੈ ਫਟਾਫਟ ਭੱਜ ਜਾਣਾ ਹੈ, ਉਸ ਥਾਂ ਤੋਂ ਅਸੀਂ ਨਿਕਲ ਜਾਣਾ ਹੈ। ਤਾਂ ਅਸੀਂ ਇੱਥੇ ਟਿਕ ਮਾਰਕ ਮਤਲਬ ਯਾਨੀ ਕਿ ਰਾਈਟ ਜੋ ਟਿਕ ਹੈ ਉਹ ਲਗਾਵਾਂਗੇ। ਸੈਕਿੰਡ ਹੈ ਸ਼ਾਊਟ ਲਾਊਡਲੀ, ਵੀ ਅਸੀਂ ਚਿਲਾਵਾਂਗੇ। ਦੇਖੋ ਵੈਸੇ ਚਿਲਾਣਾ ਠੀਕ ਨਹੀਂ ਮੰਨਿਆ ਜਾਂਦਾ ਹੈ, ਪਰ ਇੱਥੇ ਚਿਲਾਣਾ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਨਹੀਂ ਚਿਲਾਵਾਂਗੇ ਤਾਂ ਜੋ ਸਾਡੇ ਸੇਫ ਸਰਕਲ ਵਾਲੇ ਜੋ ਲੋਕ ਨੇ, ਠੀਕ ਹੈ, ਉਹਨਾਂ ਨੂੰ ਪਤਾ ਨਹੀਂ ਚੱਲੂਗਾ ਵੀ ਅਸੀਂ ਜੋ ਹੈ ਅਨਕੰਫਰਟੇਬਲ ਮਹਿਸੂਸ ਕਰ ਰਹੇ ਹਾਂ, ਵੀ ਸਾਨੂੰ ਜੋ ਹੈ ਕੋਈ ਪਰੇਸ਼ਾਨ ਕਰ ਰਿਹਾ ਹੈ। ਤਾਂ ਇੱਥੇ ਚਿਲਾਣਾ ਯਾਨੀ ਕਿ ਸ਼ਾਊਟ ਲਾਊਡਲੀ, ਇੱਥੇ ਚੀਕਣਾ ਚਿਲਾਣਾ ਜੋ ਹੈ ਜ਼ਰੂਰੀ ਹੈ, ਕਿਉਂਕਿ ਤਾਂ ਹੀ ਜੋ ਹੈ ਕੋਈ ਸਾਡੀ ਹੈਲਪ ਵਾਸਤੇ ਸੇਫ ਸਰਕਲ ਵਾਲੇ ਜੋ ਲੋਕ ਨੇ, ਯਾਨੀ ਕਿ ਸਾਡੇ ਪੇਰੈਂਟਸ ਹੋ ਗਏ, ਸਾਡਾ ਜੋ ਟੀਚਰ ਹੈ ਉਹ ਹੋ ਗਿਆ, ਜਾਂ ਫਿਰ ਜੋ ਗ੍ਰਾਂਡ ਪੇਰੈਂਟਸ ਨੇ, ਉਹ ਸਾਡੀ ਹੈਲਪ ਵਾਸਤੇ ਆਉਣਗੇ ਸਾਡੀ ਚੀਕ ਨੂੰ ਮਤਲਬ ਸੁਣ ਕੇ, ਸਾਡੇ ਚਿਲਾਣੇ ਨੂੰ ਸੁਣ ਕੇ। ਤਾਂ ਇੱਥੇ ਜੋ ਸ਼ਾਊਟ ਲਾਊਡਲੀ ਹੈ ਵੀ ਉੱਚੀ ਦੇ ਕੇ ਜੋ ਹੈ ਚਿਲਾਣਾ ਚੀਕਣਾ, ਅਗਰ ਕੋਈ ਅਣਜਾਣ ਬੰਦਾ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਇਹ ਸਹੀ ਹੈ। ਇੱਥੇ ਅਸੀਂ ਰਾਈਟ ਟਿਕ ਲਗਾਵਾਂਗੇ। ਨੈਕਸਟ ਹੈ ਟੋਕ ਟੂ ਦਾ ਸਟ੍ਰੇਂਜਰ, ਵੀ ਅਸੀਂ ਉਸ ਅਣਜਾਣ ਬੰਦੇ ਦੇ ਨਾਲ ਗੱਲ ਕਰਨਾ ਜੋ ਹੈ ਗੱਲ ਕਰਾਂਗੇ। ਅਸੀਂ ਉਸ ਅਣਜਾਣ ਬੰਦੇ ਦੇ ਨਾਲ ਗੱਲ ਬਿਲਕੁਲ ਨਹੀਂ ਕਰਾਂਗੇ, ਠੀਕ ਹੈ। ਜਦ ਅਸੀਂ ਉਸ ਬੰਦੇ ਨੂੰ ਜਾਣਦੇ ਹੀ ਨਹੀਂ ਹਾਂ ਤਾਂ ਫਿਰ ਉਸ ਦੇ ਨਾਲ ਅਸੀਂ ਕੀ ਗੱਲ ਕਰਨੀ ਹੈ। ਤਾਂ ਜੋ ਇਹ ਹੈ ਟੋਕ ਟੂ ਦਾ ਸਟ੍ਰੇਂਜਰ, ਤਾਂ ਇੱਥੇ ਅਸੀਂ ਕ੍ਰੋਸ ਦਾ ਸਾਈਨ ਲਗਾਵਾਂਗੇ ਵੀ ਅਸੀਂ ਉਸ ਅਣਜਾਣ ਬੰਦੇ ਦੇ ਨਾਲ, ਜਿਸ ਨੂੰ ਅਸੀਂ ਜਾਣਦੇ ਨਹੀਂ ਹਾਂ ਔਰ ਜੋ ਸਾਨੂੰ ਅਨਕੰਫਰਟੇਬਲ ਫੀਲ ਕਰਵਾ ਰਿਹਾ ਹੈ, ਯਾਨੀ ਕਿ ਪਰੇਸ਼ਾਨ ਕਰ ਰਿਹਾ ਹੈ, ਅਸੀਂ ਬਿਲਕੁਲ ਵੀ ਕੋਈ ਗੱਲ ਨਹੀਂ ਕਰਾਂਗੇ। ਤਾਂ ਇੱਥੇ ਅਸੀਂ ਕ੍ਰੋਸ ਦਾ ਸਾਈਨ ਲਗਾਵਾਂਗੇ। ਨੈਕਸਟ ਹੈ ਵਿਲ ਨੋਟ ਰਿਐਕਟ, ਵੀ ਰਿਐਕਟ ਹੁੰਦਾ ਵੀ ਅਸੀਂ ਕੁਛ ਵੀ ਨਹੀਂ ਕਰਾਂਗੇ। ਅਗਰ ਅਸੀਂ ਕੁਛ ਵੀ ਨਹੀਂ ਕਰਾਂਗੇ ਤਾਂ ਫਿਰ ਜੋ ਹੈ ਸਾਡੇ ਸੇਫ ਸਰਕਲ ਵਾਲੇ ਜੋ ਲੋਕ ਨੇ, ਠੀਕ ਹੈ, ਉਹ ਸਾਨੂੰ ਹੈਲਪ ਕਰਨ ਵਾਸਤੇ ਕਿੱਦਾਂ ਆਉਣਗੇ, ਠੀਕ ਹੈ, ਉਹ ਸਾਨੂੰ ਬਚਾਉਣ ਵਾਸਤੇ ਕਿੱਦਾਂ ਆਉਣਗੇ। ਫਿਰ ਤਾਂ ਜੋ ਸਟ੍ਰੇਂਜਰ ਹੈ ਸਾਨੂੰ ਹੋਰ ਜ਼ਿਆਦਾ ਜੋ ਹੈ ਪਰੇਸ਼ਾਨ ਕਰੇਗਾ, ਅਗਰ ਅਸੀਂ ਕੋਈ ਰਿਐਕਟ ਨਹੀਂ ਕਰਾਂਗੇ ਤਾਂ। ਇਟ ਮੀਨਸ ਕਿ ਇਹ ਵੀ ਜੋ ਹੈ ਰੋਂਗ ਹੈ, ਵੀ ਸਾਨੂੰ ਰਿਐਕਟ ਕਰਨਾ ਚਾਹੀਦਾ ਹੈ। ਸਾਨੂੰ ਉੱਚੀ ਦੇ ਕੇ ਚਿਲਾਣਾ ਮਤਲਬ ਕਿ ਸਾਨੂੰ ਜੋ ਹੈ ਉੱਚੀ ਦੇ ਕੇ ਜੋ ਹੈ ਚਿਲਾਣਾ ਚਾਹੀਦਾ ਹੈ, ਜਾਂ ਫਿਰ ਉਸ ਥਾਂ ਤੋਂ ਜੋ ਹੈ ਭੱਜ ਜਾਣਾ ਚਾਹੀਦਾ ਹੈ। ਹਾਂਜੀ, ਅਗਲਾ ਹੈ ਜੀ ਟੋਕ ਟੂ ਯੋਰ ਪੇਰੈਂਟਸ। ਬਿਲਕੁਲ ਸਹੀ ਹੈ ਵੀ ਅਗਰ ਕੋਈ ਸਟ੍ਰੇਂਜਰ ਯਾਨੀ ਕਿ ਕੋਈ ਅਣਜਾਣ ਬੰਦਾ ਅਗਰ ਸਾਨੂੰ ਜੋ ਹੈ ਪਰੇਸ਼ਾਨ ਕਰ ਰਿਹਾ ਹੈ, ਅਨਕੰਫਰਟੇਬਲ ਮਹਿਸੂਸ ਕਰਵਾ ਰਿਹਾ ਹੈ, ਅਸੀਂ ਆਪਣੇ ਜੋ ਮਾਪੇ ਹੈ, ਠੀਕ ਹੈ, ਯਾਨੀ ਕਿ ਜੋ ਪੇਰੈਂਟਸ ਹੈ, ਉਹਨਾਂ ਦੇ ਨਾਲ ਅਸੀਂ ਜੋ ਹੈ ਗੱਲ ਕਰਕੇ ਇਹ ਸਾਰੀ ਗੱਲ ਦੱਸਾਂਗੇ। ਅਗਲਾ ਹੈ ਟੋਕ ਟੂ ਯੋਰ ਟੀਚਰ, ਵੀ ਅਸੀਂ ਜੋ ਹੈ ਆਪਣੇ ਟੀਚਰ ਨੂੰ ਜੋ ਹੈ ਇਹ ਸਭ ਗੱਲ ਦੱਸਾਂਗੇ। ਬਿਲਕੁਲ ਸਹੀ ਹੈ, ਕਿਉਂਕਿ ਜੋ ਟੀਚਰ ਹੈ ਉਹ ਵੀ ਜੋ ਹੈ ਸਾਡੇ ਸੇਫ ਸਰਕਲ ਦੇ ਵਿੱਚ ਆਉਂਦਾ ਹੈ, ਤਾਂ ਜੋ ਟੀਚਰ ਹੈ ਉਹ ਵੀ ਸਾਨੂੰ ਜੋ ਹੈ ਸੇਫ ਕਰ ਸਕਦਾ ਹੈ, ਬਚਾ ਸਕਦਾ ਹੈ ਉਸ ਸਟ੍ਰੇਂਜਰ ਤੋਂ। ਹਾਂਜੀ, ਅਗਲਾ ਹੈ ਵਿਲ ਨੋਟ ਡਿਸਕਲੋਜ਼ ਟੂ ਐਨੀਵਨ, ਵੀ ਕਿਸੇ ਨੂੰ ਵੀ ਜੋ ਹੈ ਕੁਛ ਵੀ ਜੋ ਹੈ ਨਹੀਂ ਦੱਸਾਂਗੇ। ਡਿਸਕਲੋਜ਼ ਹੁੰਦਾ ਹੈ ਦੱਸਣਾ, ਠੀਕ ਹੈ, ਐਨੀਵਨ ਯਾਨੀ ਕਿ ਕਿਸੇ ਨੂੰ ਵੀ, ਤਾਂ ਇਹ ਬਿਲਕੁਲ ਗਲਤ ਹੈ। ਸਾਨੂੰ ਆਪਣੇ ਜੋ ਸੇਫ ਸਰਕਲ ਵਾਲੇ ਜੋ ਲੋਕ ਨੇ, ਯਾਨੀ ਕਿ ਚਾਹੇ ਉਹ ਸਾਡੇ ਪੇਰੈਂਟਸ ਨੇ, ਚਾਹੇ ਉਹ ਟੀਚਰ ਹੈ, ਚਾਹੇ ਉਹ ਗ੍ਰਾਂਡ ਪੇਰੈਂਟਸ ਹੈ, ਉਹਨਾਂ ਨੂੰ ਸਾਨੂੰ ਜੋ ਹੈ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਵੀ ਇਹ ਫਲਾਣਾ ਜੋ ਬੰਦਾ ਹੈ ਯਾਨੀ ਕਿ ਸਟ੍ਰੇਂਜਰ ਹੈ, ਇਹ ਸਾਨੂੰ ਅਨਕੰਫਰਟੇਬਲ ਯਾਨੀ ਕਿ ਜੋ ਹੈ ਮਤਲਬ ਬੈਡ ਟੱਚ ਸਾਨੂੰ ਕਰ ਰਿਹਾ ਹੈ, ਸਾਨੂੰ ਪਰੇਸ਼ਾਨ ਕਰ ਰਿਹਾ ਹੈ। ਵਿਲ ਨੋਟ ਡਿਸਕਲੋਜ਼ ਟੂ ਐਨੀਵਨ, ਵੀ ਕਿਸੇ ਨੂੰ ਵੀ ਜੋ ਹੈ ਨਹੀਂ ਦੱਸਾਂਗੇ ਕੁਛ ਵੀ, ਤਾਂ ਇਹ ਬਿਲਕੁਲ ਗਲਤ ਹੈ। ਅਸੀਂ ਜ਼ਰੂਰ ਦੱਸਾਂਗੇ, ਆਪਣੇ ਸੇਫ ਸਰਕਲ ਵਾਲੇ ਜੋ ਲੋਕ ਹੈ ਉਹਨਾਂ ਨੂੰ ਤਾਂ ਜ਼ਰੂਰ ਦੱਸਾਂਗੇ ਵੀ ਸਾਨੂੰ ਇਹ ਸਟ੍ਰੇਂਜਰ ਜੋ ਹੈ ਉਹ ਅਨਕੰਫਰਟੇਬਲ ਕਰ ਰਿਹਾ ਹੈ। नेक्स्ट जो है लास्ट मेरे ख्याल तो ये क्वेश्चन है, एक एक्टिविटी दे रखी है, राइट नेम्स एंड पेस्ट पिक्चर ऑफ योर सेफ सर्कल। देखो ओह बंदे या फिर ओह लोग जो साढ़े सेफ सर्कल का हिस्सा ने, उन्हों का असी एक तो ना लिखना है, दूसरा असी उन्हों की जो पिक्चर है यानी कि जो फोटो है वो पेस्ट करनी है इन्हां सर्कल्स दे विच। ਤਾਂ ਮੈਂ ਜੋ ਹੈ ਸੇਫ ਸਰਕਲ ਦੇ ਵਿੱਚ ਤੁਸੀਂ ਕਿਹਨਾਂ ਲੋਕਾਂ ਦਾ ਕਿਹਨਾਂ ਪਰਸਨਸ ਦਾ ਨਾਂ ਲਿਖਣਾ ਹੈ
ਉਹ ਮੈਂ ਇਹਨਾਂ ਸਰਕਲਸ ਦੇ ਉੱਪਰ ਜੋ ਹੈ ਲਿਖ ਦਿੱਤਾ ਹੈ। ਬਾਕੀ ਜੋ ਪਿਕਚਰ ਹੈ, ਜੋ ਫੋਟੋ ਹੈ, ਉਹ ਸਾਰੇ ਬੱਚਿਆਂ ਦੀ ਅਲੱਗ-ਅਲੱਗ ਲੱਗੂਗੀ ਇੱਥੇ, ਠੀਕ ਹੈ। ਤਾਂ ਤੁਸੀਂ ਆਪਣੇ ਅਕੋਰਡਿੰਗ ਆਪਣੇ ਫਾਦਰ ਦੀ ਜਾਂ ਮਦਰ ਦੀ ਜੋ ਹੈ ਫੋਟੋ ਜੋ ਹੈ ਲਗਾ ਸਕਦੇ ਹੋ। ਪਹਿਲਾ ਜੋ ਸਰਕਲ ਹੈ ਇਸ 'ਤੇ ਮੈਂ ਨਾਂ ਲਿਖਿਆ ਹੈ ਫਾਦਰ ਦਾ, ਠੀਕ ਹੈ। ਇਹ ਤੁਹਾਡੇ ਜੋ ਹੈ ਸੇਵ ਸਰਕਲ ਦਾ ਇੱਕ ਇੰਪੋਰਟੈਂਟ ਜੋ ਹੈ ਹਿੱਸਾ ਨੇ। ਇੱਦਾਂ ਹੀ ਮਦਰ ਹੋ ਗਏ, ਅਤੇ ਇਸ ਤੋਂ ਇਲਾਵਾ ਜਿਹੜੇ ਦੋ ਹੋਰ ਹੈਗੇ ਨੇ ਉਹ ਹੈਗੇ ਨੇ ਟੀਚਰ ਅਤੇ ਗ੍ਰਾਂਡ ਪੇਰੈਂਟਸ। ਇਹ ਤੁਹਾਡਾ ਜੋ ਹੈ ਸੇਵ ਸਰਕਲ ਦੇ ਮਤਲਬ ਜੋ ਹੈ ਹਿੱਸਾ ਨੇ, ਠੀਕ ਹੈ। ਇੱਕ ਤਾਂ ਫਾਦਰ ਮਦਰ ਹੋ ਗਏ, ਠੀਕ ਹੈ, ਇੱਕ ਟੀਚਰ ਹੋ ਗਿਆ ਅਤੇ ਇੱਕ ਗ੍ਰਾਂਡ ਪੇਰੈਂਟਸ ਹੋ ਗਏ। ਹਾਂਜੀ, ਲਾਸਟ ਹੈ ਜੀ ਥਿੰਕ ਓਵਰ ਇਟ। ਆਈ ਸ਼ੁੱਡ ਨੈਵਰ ਕੀਪ ਸੀਕਰੇਟਸ ਦੈਟ ਮੇਕ ਮੀ ਫੀਲ ਬੈਡ ਔਰ ਅਨਕੰਫਰਟੇਬਲ। ਇੱਦਾਂ ਦੀਆਂ ਗੱਲਾਂ ਜੋ ਕਿ ਮੈਨੂੰ ਜੋ ਹੈ ਕਾਫੀ ਬੁਰੀਆਂ ਲੱਗਦੀਆਂ ਨੇ ਅਤੇ ਮੈਨੂੰ ਜੋ ਹੈ ਕਾਫੀ ਪਰੇਸ਼ਾਨ ਕਰਦੀਆਂ ਨੇ, ਇਹਨਾਂ ਨੂੰ ਜੋ ਹੈ ਇੱਦਾਂ ਦੀਆਂ ਗੱਲਾਂ ਨੂੰ ਮੈਂ ਕਦੀ ਵੀ ਜੋ ਹੈ ਆਪਣੇ ਤੱਕ ਜੋ ਹੈ ਛੁਪਾ ਕੇ ਨਹੀਂ ਰੱਖਾਂਗਾ। ਮੈਂ ਆਪਣੇ ਪੇਰੈਂਟਸ ਨੂੰ, ਆਪਣੇ ਟੀਚਰ ਨੂੰ ਅਤੇ ਆਪਣੇ ਗ੍ਰਾਂਡ ਪੇਰੈਂਟਸ ਨੂੰ, ਜੋ ਵੀ ਮੇਰੇ ਸੇਫ ਸਰਕਲ ਦੇ ਜੋ ਲੋਕ ਨੇ, ਉਹਨਾਂ ਨੂੰ ਇਹ ਗੱਲਾਂ ਜੋ ਹੈ ਜ਼ਰੂਰ ਦੱਸਾਂਗਾ। ਸੈਕਿੰਡ ਹੈ ਜੀ ਇਫ ਸਮਵਨ ਆਸਕਸ ਮੀ ਟੂ ਕੀਪ ਅ ਸੀਕਰੇਟ that makes me feel bad or unsafe, I must tell an adult in my safe circle straight away। ਅਗਰ ਕੋਈ ਮੈਨੂੰ ਜੋ ਹੈ ਸਟ੍ਰੇਂਜਰ ਕਹਿ ਲਓ, ਵੀ ਕੋਈ ਅਣਜਾਣ ਬੰਦਾ ਕਿਸੇ ਬੁਰੀ ਚੀਜ਼ ਨੂੰ ਜਾਂ ਕਿਸੇ ਬੈਡ ਟੱਚ ਨੂੰ ਜਾਂ ਫਿਰ ਜੋ ਵੀ ਅਨਕੰਫਰਟੇਬਲ ਵੀ ਪਰੇਸ਼ਾਨ ਅਗਰ ਕੋਈ ਕਰ ਰਿਹਾ ਹੈ ਔਰ ਮੈਨੂੰ ਉਹ ਬੰਦਾ ਕਹੇ ਕਿ ਤੂੰ ਜੋ ਹੈ ਕਿਸੇ ਦੂਸਰੇ ਬੰਦੇ ਨੂੰ ਜਾ ਕੇ ਜੋ ਹੈ ਇਹ ਗੱਲ ਨਹੀਂ ਦੱਸਣੀ ਹੈ, ਤਾਂ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਮੈਂ ਜੋ ਹੈ ਇਹ ਜੋ ਗੱਲ ਹੈ ਇਸ ਨੂੰ ਛੁਪਾ ਕੇ ਜੋ ਹੈ ਬਿਲਕੁਲ ਵੀ ਜੋ ਹੈ ਨਹੀਂ ਰੱਖਾਂਗਾ। ਜੋ ਮੇਰਾ ਸੇਫ ਸਰਕਲ ਹੈ ਉਸ ਦੇ ਵਿੱਚ ਜੋ ਵੀ ਐਡਲਟ ਮੀਨਸ ਕਿ ਜੋ ਵੀ ਵੱਡੇ ਬੰਦੇ ਨੇ, ਜਿਵੇਂ ਕਿ ਪੇਰੈਂਟਸ ਹੋ ਗਏ, ਟੀਚਰ ਹੋ ਗਿਆ, ਗ੍ਰਾਂਡ ਪੇਰੈਂਟਸ ਹੋ ਗਏ, ਉਹਨਾਂ ਨੂੰ ਸਿੱਧੇ ਤੌਰ 'ਤੇ ਜਾ ਕੇ ਜੋ ਹੈ ਸਟ੍ਰੇਟ ਅਵੇ ਸਾਰੀ ਗੱਲ ਜੋ ਹੈ ਦੱਸ ਦਾਂਗਾ ਵੀ ਮੈਨੂੰ ਜੋ ਹੈ ਇਹ ਸਟ੍ਰੇਂਜਰ ਯਾਨੀ ਕਿ ਇਹ ਅਣਜਾਣ ਬੰਦਾ ਜੋ ਹੈ ਬੈਡ ਟੱਚ ਯਾਨੀ ਕਿ ਬੁਰਾ ਗਲਤ ਤਰੀਕੇ ਨਾਲ ਛੂ ਰਿਹਾ ਹੈ ਅਤੇ ਪਰੇਸ਼ਾਨ ਕਰ ਰਿਹਾ ਹੈ, ਅਨਕੰਫਰਟੇਬਲ ਮਹਿਸੂਸ ਕਰਵਾ ਰਿਹਾ ਹੈ। ਇਹ ਜੋ ਹੈ ਅਸੀਂ ਆਪਣੇ ਸੇਫ ਸਰਕਲ ਦੇ ਵਿੱਚ ਜੋ ਪਰਸਨਸ ਨੇ ਉਹਨਾਂ ਨੂੰ ਅਸੀਂ ਇਹ ਗੱਲਾਂ ਜ਼ਰੂਰ ਮਤਲਬ ਜੋ ਹੈ ਦੱਸਣੀਆਂ ਹੁੰਦੀਆਂ ਹੈ।